किसान वीरों ते भैणों जय हिंद लैके हाज़र हाँ तुहाडा पसंदीदा प्रोग्राम मेरा पिंड मेरे खेत। ये तो तुसीं सारे जाणदे ही हो कि इस प्रोग्राम 'च असीं ਵੱਖ-ਵੱਖ विषयां दे ਵੱਖ-ਵੱਖ माहरां नूं बुलाउंदे रहीदा ते अज जिहड़े माहर साडे कोल आए आ ਉਹ ਨੇ डॉक्टर संजीव कटारिया जी। सत श्री अकाल जी। जी आया नूं डॉक्टर साहब। सत श्री अकाल जी आया नूं। ते डॉक्टर साहब KVK ਨੂਰਮਹਿਲ ਤੋਂ ਸਾਡੇ ਕੋਲ ਆਏ ਆ। ਇਹਨਾਂ ਦਾ ਗੱਲਾਂ ਬਾਤਾਂ ਹੋਣਗੀਆਂ ਜਿਹੜੇ ਜਾਣਕਾਰੀ ਆ ਇਹਨਾਂ ਨੇ ਭਰਪੂਰ ਖਜ਼ਾਨਾ ਆਪਣੇ ਕੋਲ ਰੱਖਿਆ ਹੋਇਆ ਉਹ ਅੱਜ ਆਪਾਂ ਸਾਰਾ ਖਾਲੀ ਕਰਾ ਲੈਣਾ ਡਾਕਟਰ ਸਾਹਿਬ ਤੋਂ ਆਪਾਂ। ਠੀਕ ਹੈ ਜੀ। ਅੱਛਾ ਤੁਸੀਂ ਆਏ ਆ ਹਾਂਜੀ ਮਾਹੌਲ ਅੱਜ ਕੱਲ੍ਹ ਭਖਿਆ ਹੋਇਆ ਵੋਟਾਂ ਚੱਲ ਰਹੀਆਂ ਕਿਵੇਂ ਸ਼ਹਿਰ ਦਾ ਮਾਹੌਲ ਕਿਵੇਂ ਆ? ਤੇਜਪਾਲ ਜੀ ਸ਼ਹਿਰ ਦਾ ਮਾਹੌਲ ਵਧੀਆ ਠੀਕ ਹੈ। ਅੱਛਾ ਜੀ। ਹਰ ਕੋਈ ਪਾਰਟੀ ਆਪਣਾ ਆਪਣਾ ਪ੍ਰਚਾਰ ਕਰ ਰਹੀ ਹੈ। ਜੀ ਜੀ ਜੀ। ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ 20 ਤਰੀਕ ਨੂੰ ਇਲੈਕਸ਼ਨ ਹੈਗੇ ਹੈਗੇ ਤੇ ਸਾਰੇ ਆਪਣਾ ਜ਼ੋਰ ਲਾ ਰਹੇ ਆ ਪਰ ਜਿਹੜੇ ਲੋਕਾਂ ਨੂੰ ਸੋਚ ਸਮਝ ਕੇ ਜਿਹੜੀ ਹੈ ਇਹ ਵੋਟ ਜਿਹੜੀ ਉਹ ਪਾਉਣੀ ਚਾਹੀਦੀ ਹੈ। ਦੇਖੋ ਡਾਕਟਰ ਸਾਹਿਬ ਆ ਜਿਹੜੀ ਤੁਸੀਂ ਗੱਲ ਸੋਚ ਸਮਝ ਵਾਲੀ ਕੀਤੀ ਆ ਨਾ ਹਾਂਜੀ ਇਹ ਸੋਚ ਸਮਝ ਬਹੁਤ ਜ਼ਰੂਰੀ ਹੈ। ਬਿਲਕੁਲ ਜੀ। ਜੇ ਇੱਥੇ ਅਸੀਂ ਸੋਚ ਸਮਝ ਨਹੀਂ ਵਰਤਦੇ ਨਾ ਫਿਰ ਸਾਨੂੰ ਪਛਤਾਉਣਾ ਬਹੁਤ ਪੈਂਦਾ ਹੈ ਨਾ। ਇਸੇ ਲਈ ਆਪਾਂ ਨੂੰ ਸੂਝਵਾਨ ਤਰੀਕੇ ਦੇ ਨਾਲ ਜਿਹੜੀ ਆਪਣੀ ਵੋਟ ਪਾਉਣੀ ਚਾਹੀਦੀ ਹੈ ਔਰ ਹਰ ਇੱਕ ਨੂੰ ਵੋਟ ਜਿਹੜੀ ਉਹ ਪਾਉਣੀ ਚਾਹੀਦੀ ਹੈ ਚਾਹੇ ਉਹ ਜਿੱਥੇ ਮਰਜ਼ੀ ਹੋਵੇ। ਹਾਂਜੀ ਹਾਂਜੀ। ਉਹ ਆ ਕੇ ਆਪਣੀ ਵੋਟ ਜਿਹੜੀ ਉਹ ਕਾਸਟ ਜ਼ਰੂਰ ਕਰੇ। ਹਾਂ ਦੇਖੋ ਇਹ ਮਹੱਤਵ ਜਿਹੜਾ ਸਮਝਣਾ ਨਾ ਇਹ ਬਹੁਤ ਜ਼ਰੂਰੀ ਆ ਚਾਹੇ ਕੋਈ ਆਪਣੇ ਸਵਾਣੀਆਂ ਆ ਚਾਹੇ ਮਰਦ ਨੇ ਚਾਹੇ ਕੋਈ ਵੀ ਆ ਜਿਹਦੀ ਵੀ ਵੋਟ ਬਣੀ ਹੈ ਹਾਂਜੀ ਉਹਨੂੰ ਜਾਨੀ ਕਿ ਇਲੈਕਸ਼ਨ 'ਚ ਭਾਗ ਜ਼ਰੂਰ ਲੈਣਾ ਚਾਹੀਦਾ। ਔਰ ਖਾਸ ਕਰਕੇ ਜਿਹੜੇ ਨਵਾਂ ਸਾਡਾ ਖੂਨ ਆ ਜਿਹੜੇ ਨਵੇਂ ਜਵਾਨ ਹੋ ਰਹੇ 18 ਸਾਲਾਂ ਦੇ ਹੋਏ ਆ ਉਹਨਾਂ ਨੇ ਵੋਟਾਂ ਪੜਾਈਆਂ ਉਹਨਾਂ ਨੂੰ ਤੇ ਜ਼ਰੂਰੀ ਪਾਉਣੀ ਚਾਹੀਦੀ ਆ ਤਾਂ ਕਿ ਉਹਨਾਂ ਨੂੰ ਇਹ ਲੱਗਣਾ ਸ਼ੁਰੂ ਹੋਵੇ ਕਿ ਭਾਈ ਇਸ ਲੋਕਤੰਤਰ ਦਾ ਉਹ ਵੀ ਹਿੱਸਾ ਨੇ ਬਿਲਕੁਲ ਹੈ ਨਾ। ਇਹ ਬਹੁਤ ਜ਼ਰੂਰੀ ਆ। ਬਿਲਕੁਲ ਜੀ ਬਿਲਕੁਲ। ਇੱਕ ਗੱਲ ਹੋ ਰਿਹਾ ਡਾਕਟਰ ਸਾਹਿਬ ਅੱਜ ਕੱਲ੍ਹ ਹਾਂਜੀ ਜਿਹੜਾ ਕਰੋਨਾ ਦਾ ਟਾਈਮ ਆ ਨਾ ਹਾਂਜੀ ਇਸ ਕਰਕੇ ਸਾਨੂੰ ਇਹ ਜਿਹੜੀ ਇਹਤਿਆਤ ਆ ਇਹ ਵੀ ਵਰਤਣੀ ਚਾਹੀਦੀ ਆ। ਬਿਲਕੁਲ ਜੀ। ਇਹ 'ਚ ਇਹ ਆ ਵੀ ਚਲੋ ਜਿਹੜੀ ਵੀ ਇਹ ਮਹਾਮਾਰੀ ਆਈ ਹੋਈ ਹੈ ਇਹਦੇ 'ਚ ਇਹੀ ਹੈ ਵੀ ਅਸੀਂ ਆਪਣਾ ਬਚਾਅ ਖੁਦ ਕਰਨਾ ਜੀ। ਤਾਂ ਉਹਦੇ ਵਿੱਚ ਜੋ ਸਾਨੂੰ ਸਿਹਤ ਵਿਭਾਗ ਵੱਲੋਂ ਆਈਆਂ ਨੇ ਗਾਈਡਲਾਈਨਸ ਉਹ ਸਾਨੂੰ ਪ੍ਰੋਪਰ ਫੋਲੋ ਜਿਹੜੀਆਂ ਉਹ ਕਰਨੀਆਂ ਚਾਹੀਦੀਆਂ। ਬਾਕੀ ਜਿਹੜਾ ਟੀਕਾਕਰਨ ਹੈ ਜਿਹੜਾ ਚੱਲਦਾ ਪਿਆ ਵੈਕਸੀਨੇਸ਼ਨ ਉਹ ਵੀ ਜਿਹੜੀ ਹੈ ਉਹ ਪ੍ਰੋਪਰ ਕਰਾਉਣੀ ਚਾਹੀਦੀ ਆ। ਤੇ ਜਿੱਦਣ ਵੋਟਾਂ ਪੈਣੀਆਂ ਉਦੋਂ ਵੀ ਇਹ ਖਿਆਲ ਰੱਖਣਾ ਲਾਈਨਾਂ 'ਚ ਬਿਲਕੁਲ ਨਾ ਖੜੇ ਹੋ ਜਾਓ ਜਿੱਦਾਂ ਅੱਗੇ ਖੜੇ ਹੁੰਦੇ ਆ। ਜਿਹੜਾ ਡਿਸਟੈਂਸ ਹੈਗਾ ਉਹ ਪ੍ਰੋਪਰ ਮੇਨਟੇਨ ਰੱਖਣਾ ਚਾਹੀਦਾ। ਠੀਕ ਹੈ ਡਾਕਟਰ ਸਾਹਿਬ। ਤੇ ਤੁਸੀਂ ਅੱਜ ਸਾਡੇ ਕੋਲ ਆਏ ਆ ਜੀ। ਅੱਜ ਤੁਹਾਨੂੰ ਜਿਹੜੀ ਅਸੀਂ ਗੱਲਬਾਤ ਕਰਨੀ ਹੈਗੀ ਆ ਨਾ ਉਹ ਹੈਗੀ ਆ ਵੀ ਜੈਵਿਕ ਖੇਤੀ ਸਮੇਂ ਦੀ ਲੋੜ ਬਿਲਕੁਲ ਠੀਕ ਹੈ ਨਾ। ਇਹ ਆਪਾਂ ਹੁਣ ਫੇਰ ਆਪਾਂ ਸੋਚਣਾ ਸ਼ੁਰੂ ਕਰ ਦਿੱਤਾ ਵੀ ਕਾਫੀ ਟਾਈਮ ਆਪਾਂ ਜਿਹੜਾ ਰਸਾਇਣਿਕ ਖੇਤੀ ਕੀਤੀ ਤੇ ਹੁਣ ਸਾਨੂੰ ਇਹ ਲੱਗਣ ਲੱਗ ਪਿਆ ਵੀ ਭਾਈ ਇਹ ਜਿਹੜਾ ਇੱਕ ਟ੍ਰੈਡੀਸ਼ਨਲ ਤਰੀਕਾ ਸੀਗਾ ਸਾਡਾ ਰਵਾਇਤੀ ਤਰੀਕਾ ਸੀਗਾ ਪੁਰਾਤਨ ਸਾਨੂੰ ਵਾਪਸ ਉਹਦੇ ਵੱਲ ਮੁੜਨਾ ਚਾਹੀਦਾ ਹੈ ਨਾ। ਉਹਦੇ 'ਚ ਤੇਜਪਾਲ ਜੀ ਇਹ ਹੋਇਆ ਬਈ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਬਈ ਜਿਹੜੀ 60ਵੀਂ ਸਦੀ ਤੋਂ ਬਾਅਦ ਜਦੋਂ ਦੇਸ਼ ਆਪਣਾ ਆਜ਼ਾਦ ਹੋਇਆ ਤੇ 12-15 ਸਾਲ ਬਾਅਦ ਸਾਨੂੰ ਲੋੜ ਪਈ ਕਿਉਂਕਿ ਜਨਸੰਖਿਆ ਵਧਣ ਦੇ ਨਾਲ ਸਾਨੂੰ ਜਿਹੜਾ ਸੀਗਾ ਉਤਪਾਦਨ ਨਾਲ ਧਿਆਨ ਜਿਹੜਾ ਉਹ ਜ਼ਿਆਦਾ ਗਿਆ 60ਵੇਂ ਦੇ ਦਹਾਕੇ 'ਚ ਜੀ ਜੀ। ਤਾਂ ਉੱਥੇ ਫਿਰ ਜਿਹੜੀ ਹੈਗੀ ਆ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਮੋਹਰੀ ਹੋਈ ਤੇ ਜਿਹੜੇ ਬੀਜ ਆ ਉਹ ਚੰਗੇ ਉਤਪਾਦਨ ਕੀਤੇ ਤੇ ਬਾਕੀ ਨਵੀਆਂ ਤਕਨੀਕਾਂ ਦਿੱਤੀਆਂ ਜਿਹਦੇ ਨਾਲ ਹਰੀ ਕ੍ਰਾਂਤੀ ਜਿਹੜੀ ਉਹ ਆ ਗਈ। ਜੀ ਜੀ ਜੀ। ਪਰ ਜਿਵੇਂ ਜਿਵੇਂ ਹੁਣ ਸਮਾਂ ਬੀਤਦਾ ਗਿਆ ਤੇ ਨਾਲ ਜਿਹੜਾ ਹੈਗਾ ਲੋਕਾਂ ਦਾ ਜਿਹੜਾ ਹੈਗਾ ਉਹ ਸਿਹਤ ਵੱਲ ਵੀ ਧਿਆਨ ਜਿਹੜਾ ਹੈਗਾ ਉਹ ਗਿਆ। ਤਾਂ ਉਹਦੇ ਨਾਲ ਕੀ ਹੋਇਆ ਵੀ ਜਿਹੜੇ ਲੋਕ ਹੈਗੇ ਆ ਉਹ ਜਾਗਰੂਕ ਹੋਏ। ਉਹਨਾਂ ਨੂੰ ਲੱਗਾ ਵੀ ਜਿਹੜੀਆਂ ਜਿਵੇਂ ਕਿਸਾਨੀ ਹੈ ਉਹਦੇ 'ਚ ਜਿਹੜੀਆਂ ਬੇਲੋੜੀਆਂ ਦਵਾਈਆਂ ਜਿਹੜੀਆਂ ਪੈ ਰਹੀਆਂ ਨੇ ਉਹਦੇ ਨਾਲ ਜਿਹੜਾ ਹੈਗਾ ਉਹ ਸਰੀਰਕ ਪੱਖੋਂ ਜਿਹੜੇ ਹੈਗੇ ਆਪਾਂ ਕਮਜ਼ੋਰ ਹੁੰਦੇ ਆ। ਸੋ ਲੋਕਾਂ ਦਾ ਰੁਝਾਨ ਜਿਹੜਾ ਉਹ ਆਰਗੈਨਿਕ ਜਿਹਨੂੰ ਅਸੀਂ ਜੈਵਿਕ ਕਹਿੰਦੇ ਉਹਦੇ ਵੱਲ ਵਧਿਆ ਤੇ ਲੋਕ ਜਿਹੜੇ ਆ ਉਹਦੀ ਮੰਗ ਦੇ ਅਨੁਸਾਰ ਜਿਹੜੀ ਆ ਜੈਵਿਕ ਖੇਤੀ ਵੱਲ ਨੂੰ ਜਿਹੜੇ ਆ ਅੱਜ ਕੱਲ੍ਹ ਅਸੀਂ ਇੱਧਰ ਨੂੰ ਚੱਲ ਪਏ ਆ। ਸੋ ਇਹਦੇ ਵਿੱਚ ਮੈਂ ਇਹ ਦੱਸਣਾ ਚਾਹੂੰਗਾ ਕਿ ਜਿਹੜੀ ਜੈਵਿਕ ਖੇਤੀ ਇਹ ਹੈ ਕੀ ਆ। ਲੋਕ ਅਕਸਰ ਕਹਿੰਦੇ ਆ ਵੀ ਇਹ ਜੈਵਿਕ ਪ੍ਰੋਡਕਟ ਹੈ ਜੀ ਉਤਪਾਦ ਜਿਹੜਾ ਹੈਗਾ ਇਹ ਆਰਗੈਨਿਕ ਹੈ ਇਹ ਬਿਲਕੁਲ ਅਸੀਂ ਕੁਛ ਨਹੀਂ ਇਹਦੇ 'ਤੇ ਕੀਤਾ। ਤਾਂ ਉੱਥੇ ਜਿਹੜੀ ਪਹਿਲਾ ਸਿਧਾਂਤ ਇਹੀ ਹੈ ਵੀ ਅਸੀਂ ਜਿਹੜੀ ਮਿੱਟੀ ਹੈ ਕਿਉਂਕਿ ਮਿੱਟੀ ਦੇ ਵਿੱਚ ਹੀ ਸੂਖਸ਼ਮ ਜੀਵ ਹੈਗੇ ਆ ਉਹਦੇ ਵਿੱਚ ਹੀ ਜਿਹੜੀ ਹੈਗੀ ਆ ਉਹ ਜੀਵਨ ਪਨਪਦਾ ਜਿਹਨੇ ਅਸੀਂ ਪੌਦੇ ਲਾਉਂਦੇ ਆ। ਸੋ ਉਹਨੂੰ ਅਸੀਂ ਜਿਹੜਾ ਹੈਗਾ ਇਸ ਪੱਧਰ ਤੱਕ ਲੈ ਕੇ ਜਾਣਾ ਵੀ ਉਹਦੇ ਵਿੱਚ ਜਿਹੜੀ ਹੈਗੀ ਆ ਕੀੜੇ ਮਕੌੜੇ ਤੇ ਬਿਮਾਰੀਆਂ ਦੀ ਟੱਕਰ ਕਰਨ ਦੀ ਸਮੱਸਿਆ ਜਿਹੜੀ ਹੈਗੀ ਆ ਸਮਰੱਥਾ ਆ ਜਾਵੇ। ਸੋ ਉਸ ਤਰ੍ਹਾਂ ਦੀ ਮਿੱਟੀ ਦੀ ਕਰਨੀ ਹੈ। ਇਸੇ ਤਰ੍ਹਾਂ ਜਿਹੜੇ ਬਾਕੀ ਕੁਦਰਤੀ ਸਰੋਤ ਆ ਜਿਵੇਂ ਕਿ ਹਵਾ ਆ ਜਾਂ ਪਾਣੀ ਆ ਸੋ ਉਹਨੂੰ ਵੀ ਜਿਹੜਾ ਹੈਗਾ ਉਹ ਅਸੀਂ ਬੜੇ ਸੁਚੱਜੇ ਤਰੀਕੇ ਦੇ ਨਾਲ ਵਰਤ ਕੇ ਤੇ ਜੈਵਿਕ ਵੱਲ ਨੂੰ ਜਿਹੜਾ ਹੈਗਾ ਉਹ ਲੈ ਕੇ ਆਉਣਾ। ਸੋ ਇਹਦੇ ਵਿੱਚ ਜਿਹੜੇ ਕਈ ਸਾਇੰਸਦਾਨ ਹੋਏ ਨੇ ਕਈ ਨੋਬਲ ਪੁਰਸਕਾਰ ਬੰਦੇ ਵੀ ਹੋਏ ਨੇ ਉਹਨਾਂ ਨੇ ਆਪਣੇ ਆਪਣੇ ਵਿਚਾਰ ਜਿਹੜੇ ਆ ਉਹ ਜੈਵਿਕ ਖੇਤੀ ਬਾਰੇ ਦਿੱਤੇ ਆ। ਜੈਵਿਕ ਖੇਤੀ ਜਿਹੜੀ ਹੈਗੀ ਆ
ਉਹਦੇ ਵਿੱਚ ਇਹ ਵੀ ਦੱਸਿਆ ਜਾਂਦਾ ਬਈ ਜਿਹੜੀ ਮਿੱਟੀ ਹੈ ਉਹਦੇ 'ਚ 1 ਕਿਲੋ ਜੇ ਅਸੀਂ ਮਿੱਟੀ ਲੈ ਲਈਏ ਨਾ ਤਾਂ ਉਹਦੇ ਵਿੱਚ ਯਾਨੀ ਕਿ 500 ਅਰਬਾਂ ਖਰਬਾਂ ਦੀ ਮੈਂ ਗੱਲ ਕਰਦਾ 500 ਅਰਬ ਬੈਕਟੀਰੀਆ ਹੈਗੇ ਆ, 100 ਅਰਬ ਦੇ ਲਾਗੇ ਛਾਗੇ ਜਿਹੜੇ ਆ ਉਹ ਐਕਟੀਨੋਮਾਈਸੀਟੀਜ਼ ਹੁੰਦੀਆਂ ਤੇ 1 ਅਰਬ ਦੇ ਲਾਗੇ ਛਾਗੇ ਜਿਹੜੀਆਂ ਉੱਲੀਆਂ ਜਿਹੜੀਆਂ ਜਿਹਨੂੰ ਆਪਾਂ ਸੂਖਮ ਜੀਵ ਕਹਿੰਦੇ ਆ ਉਹ ਸਾਰੇ ਮਿੱਟੀ ਦੇ ਵਿੱਚ ਜਿਹੜੇ ਹੈਗੇ ਆ ਉਹ ਪਾਏ ਜਾਂਦੇ ਆ ਜੀ। ਸੋ ਇਸ ਤੋਂ ਇਲਾਵਾ ਜਿਹੜਾ ਇੱਕ ਗੰਡੋਏ ਹੁੰਦੇ ਆ, ਜਿਹੜਾ ਇੱਕ ਜੀਵ ਹੈਗਾ ਉਹ ਮਿੱਟੀ ਨੂੰ ਬਹੁਤ ਹੀ ਉਪਜਾਊ ਬਣਾਉਂਦਾ, ਠੀਕ ਹੈ ਜੀ। ਤਾਂ ਉਹਦੇ ਲੇਖ ਦੇ ਵਿੱਚ ਕਈ ਜਿਹੜੇ ਸਾਇੰਸਦਾਨ ਜਿਵੇਂ ਅਰਿਸਟੋਟਲ ਹੋਇਆ ਜਾਂ ਡਾਰਵਿਨ ਹੋਇਆ, ਅਰਿਸਟੋਟਲ ਨੇ ਕਹਿਤਾ ਵੀ ਇਹ ਜਿਹੜੀਆਂ ਧਰਤੀ ਦੀਆਂ ਆਂਦਰਾਂ ਨੇ ਵਰਮੀ ਵਰਮੀ ਕੰਪੋਸਟ ਬਣਾਉਂਦੇ ਆ ਗੰਡੋਏ, ਉਹਦੇ ਨਾਲ ਉਪਜਾਊ ਸ਼ਕਤੀ ਵੱਧਦੀ ਹੈ। ਇਸੇ ਤਰ੍ਹਾਂ ਉਸਤਤ ਦੇ ਵਿੱਚ ਡਾਰਵਿਨ ਜਿਹੜਾ ਹੈਗਾ ਉਹਨੇ ਇਹ ਗੱਲ ਕਹਿ ਦਿੱਤੀ ਵੀ ਜਿਹੜਾ ਹੈਗਾ ਜੇ ਕਿਸੇ ਸੱਭਿਅਤਾ ਦਾ ਨਿਰਮਾਤਾ ਹੈਗਾ ਤਾਂ ਉਹ ਸਿਰਫ ਜਿਹੜੇ ਹੈਗੇ ਗੰਡੋਏ ਹੀ ਆ। ਸੋ ਇਹਨਾਂ ਜਿਹੜੇ ਸਿਧਾਂਤ ਆ ਉਹਨਾਂ ਦੇ ਆਧਾਰ ਦੇ ਉੱਤੇ ਜਿਹੜੀ ਜੈਵਿਕ ਖੇਤੀ ਆ ਉਹ ਅੱਜ ਕੱਲ੍ਹ ਜਿਹੜੇ ਲੋਕ ਆ ਇੱਧਰ ਨੂੰ ਜਿਹੜਾ ਉਹ ਰੁਝਾਨ ਵੱਧ ਰਿਹਾ। ਠੀਕ ਹੈ ਡਾਕਟਰ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਆ ਨਾ ਇਹ ਬੜੀਆਂ ਵੱਡੀਆਂ ਗੱਲਾਂ ਆ। ਤੁਸੀਂ ਅਰਿਸਟੋਟਲ ਦੀ ਗੱਲ ਕੀਤੀ ਜਾਂ ਡਾਰਵਿਨ ਦੀ ਗੱਲ ਕੀਤੀ, ਪੁਰਾਣੀਆਂ ਗੱਲਾਂ ਆ, ਉਹਨਾਂ ਨੇ ਉਦੋਂ ਹੀ ਕਹਿ ਦਿੱਤਾ ਸੀ। ਹਾਂਜੀ, ਕਾਸ਼ ਅਸੀਂ ਉਹਨਾਂ ਨੂੰ ਉਦੋਂ ਹੀ ਸੁਣ ਲੈਂਦੇ, ਹੈ ਨਾ। ਹੌਲੀ ਹੌਲੀ ਅਸੀਂ ਵਾਪਸ ਉਧਰ ਨੂੰ ਹੀ ਮੁੜ ਕੇ ਆ ਰਹੇ ਹਾਂ। ਹੁਣ ਜਦੋਂ ਧਰਤੀ ਦੀ ਸਿਹਤ ਦੀ ਆਪਾਂ ਗੱਲ ਕਰਦੇ ਹਾਂ, ਇਹ ਜਿਹੜੀਆਂ ਅਸੀਂ ਖਾਦਾਂ ਪਾਈਆਂ, ਜਿਹੜੀਆਂ ਦਵਾਈਆਂ ਪਾਈਆਂ, ਇਹ ਸਾਨੂੰ ਇੱਦਾਂ ਹੀ ਲੱਗਦਾ ਸੀ ਵੀ ਅਸੀਂ ਧਰਤੀ ਦੀ ਸਿਹਤ ਨੂੰ ਵਧਾ ਰਹੇ ਹਾਂ। ਹਾਂਜੀ, ਜਦ ਕਿ ਉਹ ਕੁਛ ਟਾਈਮ ਲਈ ਵਧੀ ਵੀ, ਪਰ ਹੁਣ ਉਹਦਾ ਜਿਹੜਾ ਇੱਕ ਸਾਈਡ ਇਫੈਕਟ ਹੁੰਦੇ ਆ, ਕਹਿੰਦੇ ਜੇ ਆਪਾਂ ਕੋਈ ਦਵਾਈ ਵੀ ਖਾਂਦੇ ਆ ਨਾ ਉਹ ਇੱਕ ਬਿਮਾਰੀ ਤਾਂ ਠੀਕ ਕਰਦੀ ਨਾਲ ਦੂਜੀ ਨੂੰ ਸ਼ੁਰੂ ਕਰ ਲੈਂਦੀ ਆ, ਉਹ ਚੀਜ਼ ਹੋਈ। ਹੁਣ ਜਦੋਂ ਆਪਾਂ ਇਹ ਖਾਦਾਂ ਦੀ ਗੱਲ ਕਰਦੇ ਹਾਂ, ਜੈਵਿਕ ਖੇਤੀ ਦੀ ਗੱਲ ਕਰਦੇ ਹਾਂ, ਜੈਵਿਕ ਖੇਤੀ ਦੇ ਵਿੱਚ ਖਾਦਾਂ ਜਿਹੜੀਆਂ ਆਪਣੀਆਂ ਪੁਰਾਤਨ ਖਾਦਾਂ ਜੀ ਉਹ ਕਿਵੇਂ ਪਾਈਆਂ ਜਾਂਦੀਆਂ ਤੇ ਕਿਵੇਂ ਤਿਆਰੀ ਕੀਤੀ ਜਾਂਦੀ ਉਹਨਾਂ? ਇਹਦੇ ਵਿੱਚ ਜੀ ਦੇਖੋ, ਜਿਹੜੀ ਆਪਾਂ ਪੁਰਾਣੇ ਸਮਿਆਂ ਦੀ ਜੇ ਗੱਲ ਕਰੀਏ ਤੇ ਜਿਹੜੀ ਇੱਕ ਰੂੜੀ ਖਾਦ ਸੀਗੀ ਉਹ ਸਭ ਤੋਂ ਜ਼ਿਆਦਾ ਵਰਤੀ ਜਾਂਦੀ ਸੀ 19ਵੀਂ ਸਦੀ ਦੇ ਵਿੱਚ। ਬਿਲਕੁਲ, ਉਹਦੇ ਨਾਲ ਹੀ ਜਿਹੜੀ ਹੈ ਉਹ ਆਪਣੀ ਉਤਪਾਦਨ ਜਿਹੜਾ ਹੁੰਦਾ ਸੀ ਜੀ। ਇਸ ਤੋਂ ਇਲਾਵਾ ਹਰੀ ਖਾਦ ਜਿਵੇਂ ਹੋ ਗਈ, ਤੇ ਜਿਹੜੀ ਹੁਣ ਜਿਹੜੀ ਨਵੀਂ ਤਕਨੀਕ ਆਈ ਹੈ ਜਿਵੇਂ ਵਰਮਿੰਗ ਕੰਪੋਸਟ, ਜਿਹੜੀ ਹੈ ਤਾਂ ਬਹੁਤ ਪੁਰਾਣੀ ਬਟ ਉਹਨੂੰ ਇਹ ਆ ਵੀ ਅਸੀਂ ਉਹਨੂੰ ਕਮਰਸ਼ਲਾਈਜ਼ ਕਰ ਲਿਆ ਜੀ। ਤੇ ਉਹ ਜਿਹੜੀਆਂ ਤਕਨੀਕਾਂ ਨੇ ਉਹਦੇ ਨਾਲ ਅਸੀਂ ਜਿਹੜੀ ਹੈਗੀ ਆ ਧਰਤੀ ਦਾ ਜਿਹੜਾ ਉਪਜਾਊਪਨ ਵਧਾ ਸਕਦੇ ਹਾਂ ਜੀ। ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਜਿਵੇਂ ਹਰੀ ਖਾਦ ਦੀ, ਜੇ ਮੈਂ ਗੱਲ ਕਰਦਾ ਤਾਂ ਉਹਦੇ ਵਿੱਚ ਯਾਨੀ ਕਿ 4 ਜਿਹੜੀਆਂ ਫਸਲਾਂ ਹੈਗੀਆਂ, ਅੱਛਾ ਜੀ, ਠੀਕ ਹੈ ਜੀ, ਜਿਹੜੀਆਂ ਕੀ ਕਰਦੀਆਂ ਕਿ ਜਿਹੜੀ ਕੁਦਰਤੀ ਨਾਈਟ੍ਰੋਜਨ ਹਵਾ ਦੇ ਵਿੱਚ ਹੈਗੀ ਆ ਹਾਂਜੀ ਉਹਨੂੰ ਉਹ ਫਿਕਸ ਕਰਕੇ ਤੇ ਧਰਤੀ ਦੇ ਨੂੰ ਦਿੰਦੀਆਂ ਨੇ ਜੀ। ਸੋ ਉਹਦੇ ਵਿੱਚ ਜਿਵੇਂ ਸਣ ਹੋ ਗਈ, ਜਿਹੜਾ ਢੈਂਚਾ, ਹਰਾ ਢੈਂਚਾ ਜਿਹੜਾ ਹੋ ਗਿਆ, ਜਾਂ ਇਸ ਤੋਂ ਇਲਾਵਾ ਗੁਆਰਾ ਹੋ ਗਿਆ ਤੇ ਰਵਾਂ ਹੋ ਗਏ ਜੀ। ਇਹ ਜਿਹੜੇ ਹੈਗੇ ਆ ਇਹ ਸਾਨੂੰ ਕੁਦਰਤੀ ਰੂਪ ਦੇ ਵਿੱਚ ਇਹ ਪੌਦੇ ਜਿਹੜੇ ਹੈਗੇ ਆ ਨਾਈਟ੍ਰੋਜਨ ਹਵਾ ਦੇ ਵਿੱਚੋਂ ਲੈਂਦੇ ਆ ਤੇ ਧਰਤੀ ਨੂੰ ਜਿਹੜੀ ਇਹ ਦਿੰਦੇ ਆ। ਹਰੀ ਖਾਦ ਦੇ ਵਿੱਚ ਢੈਂਚਾ ਜਿਹੜਾ ਹੈਗਾ ਉਹ ਸਿਰਮੌਰ ਆ ਤੇ ਨਾਲ ਸਣ, ਪਰ ਪੰਜਾਬ ਦੇ ਵਿੱਚ ਜ਼ਿਆਦਾਤਰ ਢੈਂਚਾ ਜਿਹੜਾ ਉਹ ਲੱਗਦਾ। ਸੋ ਉੱਥੇ ਇਹੀ ਹੈ ਵੀ ਇਹ ਕੀ ਕਰਦੇ ਆ, ਇਹਨਾਂ ਦੀਆਂ ਜਿਹੜੀਆਂ ਜੜ੍ਹਾਂ ਹੁੰਦੀਆਂ ਉਹਨਾਂ ਦੇ ਵਿੱਚ ਨੋਡਿਊਲਸ ਬਣਦੇ ਆ ਜਿਹੜੇ ਕਿ ਨਾਈਟ੍ਰੋਜਨ ਨੂੰ ਹਵਾ ਚੋਂ ਨਾਈਟ੍ਰੋਜਨ ਲੈਂਦੇ ਨੂੰ ਫਿਕਸ ਕਰ ਦਿੰਦੇ ਆ, ਠੀਕ ਹੈ ਜੀ। ਤੇ ਖੋਜ ਦੇ ਵਿੱਚ ਇਹ ਵੀ ਆਇਆ ਬਈ ਜੇ ਅਸੀਂ ਦੇਖੀਏ ਬਈ ਜਿਹੜੀ ਹੈ ਜੇ ਅਸੀਂ 60 ਦਿਨ ਤੇ ਢੈਂਚੇ ਦੀ ਕਟਾਈ ਕਰਦੇ ਆ, ਅੱਛਾ ਜੀ, ਤਾਂ ਉਹਦੇ ਵਿੱਚ ਜੇ ਮੈਂ ਹੈਕਟੇਅਰ ਦੀ ਗੱਲ ਕਰਾਂ ਤਾਂ 133 ਕਿਲੋ ਨਾਈਟ੍ਰੋਜਨ ਫਿਕਸ ਹੋ ਜਾਂਦੀ ਆ। ਅੱਛਾ, ਹਾਂਜੀ, ਹੈਕਟੇਅਰ ਦੇ ਹਿਸਾਬ ਨਾਲ। ਤੇ ਜੇ ਕਿੱਲੇ ਦੀ ਗੱਲ ਕਰੀਏ ਤਾਂ ਲਗਭਗ 52-53 ਕਿਲੋ ਜਿਹੜੀ ਨਾਈਟ੍ਰੋਜਨ ਹੈਗੀ ਆ ਉਹ ਸਾਨੂੰ ਦੇ ਦਿੰਦੀ ਜੇ ਅਸੀਂ 60 ਦਿਨ ਦੀ ਕਟਾਈ ਕਰੀਏ ਜੀ ਜੀ। ਇਸੇ ਤਰ੍ਹਾਂ ਜਿਹੜੀ ਸਾਣ ਆ ਉਹ ਵੀ ਸੇਮ ਇੰਨੀ ਕੁ ਹੀ ਨਾਈਟ੍ਰੋਜਨ ਜਿਹੜੀ ਆ ਉਹ ਧਰਤੀ ਨੂੰ ਦਿੰਦੀ ਆ। ਤੇ ਗੁਆਰਾ ਜਿਹੜਾ ਹੈਗਾ ਇਹਦੀ ਕਟਾਈ ਅਸੀਂ 50 ਦਿਨ ਤੇ ਜੇ ਕਰਦੇ ਆ ਤੇ ਸਾਨੂੰ 91 ਕਿਲੋ ਜਿਹੜੀ ਨਾਈਟ੍ਰੋਜਨ ਹੈਗੀ ਆ ਪ੍ਰਤੀ ਹੈਕਟੇਅਰ ਜਿਹੜੀ ਆ ਉਹ ਹਵਾ ਦੇ ਵਿੱਚੋਂ ਧਰਤੀ ਦੇ ਵਿੱਚ ਜਿਹੜੀ ਉਹ ਮਿਲ ਜਾਂਦੀ ਆ। ਸੋ ਇਹ ਜਿਹੜੀਆਂ 3 ਰਵਾਂ ਜਿਹੜੇ ਹੈਗੇ ਆ ਉਹ ਥੋੜਾ ਜਿਹਾ ਯਾਨੀ ਕਿ ਲੈਂਦੇ ਉਹ 60 ਦਿਨ ਆ, ਪਰ ਉਹਨਾਂ 'ਚ ਨਾਈਟ੍ਰੋਜਨ ਜਿਹੜੀ ਤੱਤ ਥੋੜਾ ਜਿਹਾ ਘੱਟ ਹੁੰਦਾ, ਯਾਨੀ ਕਿ 70-72 ਜਿਹੜੇ ਕਿਲੋ ਆ ਉਹ ਨਾਈਟ੍ਰੋਜਨ ਪ੍ਰਤੀ ਹੈਕਟੇਅਰ ਜਿਹੜੀ ਉਹ ਦਿੰਦੀ ਆ। ਠੀਕ ਆ। ਸੋ ਇਹਨਾਂ ਚਾਰਾਂ ਦੇ ਵਿੱਚੋਂ ਅਸੀਂ ਜਿਹੜਾ ਹੈਗਾ ਕੋਈ ਵੀ ਫਸਲ ਜਿਹੜੀ ਹੈਗੀ ਆ ਜਦੋਂ ਸਾਡਾ ਕੋਲ ਟਾਈਮ ਵਿਹਲਾ ਹੁੰਦਾ, ਠੀਕ ਹੈ ਜੀ, ਜਿਵੇਂ ਕਣਕ ਤੋਂ ਬਾਅਦ ਅਸੀਂ ਕਹੀਏ ਉੱਥੇ ਅਸੀਂ ਅਪ੍ਰੈਲ ਦੇ ਵਿੱਚ ਜਿਹੜੀ ਹੈਗੀ ਹੈ ਇਹਦੀ ਬਿਜਾਈ ਕਰ ਸਕਦੇ ਹਾਂ। ਤੇ ਇਹਦੀ ਬਿਜਾਈ ਕਰਨ ਲਈ ਸਾਨੂੰ 50 ਕਿਲੋ ਪ੍ਰਤੀ ਹੈਕਟੇਅਰ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਬੀਜ ਜਿਹੜਾ ਉਹ ਚਾਹੀਦਾ। ਅੱਛਾ, ਉਹਦੇ ਵਿੱਚ ਕੀ ਹੈ ਬਈ ਅਸੀਂ ਇਹਨੂੰ ਜਿਹੜੀ ਡਰਿਲ ਹੁੰਦੀ ਹੈ ਨਾਰਮਲ ਡਰਿਲ ਕਣਕ ਵਾਲੀ, ਉਹਦੇ ਨਾਲ ਯਾਨੀ ਕਿ 19 ਸਿਹਾੜ 22.5 ਦੇ ਕੱਢ ਕੇ ਉਹਦੇ ਵਿੱਚ ਅਸੀਂ ਜਿਹੜੀ ਬਿਜਾਈ ਆ ਉਹ ਕਰ ਸਕਦੇ ਹਾਂ। ਬਿਲਕੁਲ ਜੀ। ਤੇ ਜੇ ਅਸੀਂ ਇਹ ਬੀਜ ਉਤਪਾਦਨ ਲਈ ਰੱਖਣਾ ਤਾਂ ਉੱਥੇ ਅਸੀਂ ਕੀ ਕਰਨਾ ਹੈ ਬਈ ਤੁਸੀਂ ਜਿਹੜਾ ਇਹ 20-25 ਕਿਲੋ ਜਿਹੜਾ ਹੈਗਾ ਉਹ ਅਸੀਂ ਲੈਣਾ ਹੈਗਾ ਸੀਡ ਰੇਟ, ਤੇ ਇਹਨੂੰ ਅਸੀਂ 45 ਸੈਂਟੀਮੀਟਰ ਕਤਾਰਾਂ ਦੇ ਵਿੱਚ ਲਾ ਦੇਣਾ ਤਾਂ ਜੋ ਇਹਦਾ ਬੀਜ ਜਿਹੜਾ ਹੈਗਾ ਉਹ ਅਗਲੇ ਸਾਲ ਲਈ ਤਿਆਰ ਹੋ ਸਕੇ। ਪਰ ਉਹਦਾ ਸਮਾਂ ਜਿਹੜਾ ਬਿਜਾਈ ਦਾ ਉਹ ਜਿਹੜਾ ਹੈਗਾ ਜੂਨ ਜੁਲਾਈ ਦੇ ਵਿੱਚ ਹੋਵੇਗਾ। ਅੱਛਾ, ਜਿਹੜੀ ਤੁਸੀਂ ਆਪਾਂ ਪਹਿਲਾਂ ਗੱਲ ਕਰਦੇ ਸੀ
ਹਨਾ ਤੁਸੀਂ ਕਿਹਾ ਧਰਤੀ ਦੀਆਂ ਆਂਦਰਾਂ ਹਾਂਜੀ ਗੰਡੋਏ, ਜੀ, ਤੁਸੀਂ ਗੱਲ ਕੀਤੀ ਵਰਮੀ ਕੰਪੋਸਟ ਦੀ, ਵਰਮੀ ਕੰਪੋਸਟ। ਹਨਾ। ਇਹ ਜਿਹੜੀ ਵਰਮੀ ਕੰਪੋਸਟ ਆ, ਅਸੀਂ ਤੇ ਉਲਟਾ ਕੀ ਕੀਤਾ, ਅਸੀਂ ਤੇ ਮਾਰਨ ਲੱਗ ਪਏ ਉਹਨਾਂ ਨੂੰ ਵੀ ਇਹ ਖਰੇ ਸਾਡੀ ਫਸਲ ਨੂੰ ਖਰਾਬ ਕਰਦੇ ਆ, ਜੋ ਸਾਡਾ ਸਿਸਟਮ ਬਣਿਆ ਹੋਇਆ ਉਹਦੇ ਨੂੰ ਖਰੇ ਸਾਡੀਆਂ ਫਸਲਾਂ ਖਰਾਬ ਕਰਦੇ ਆ। ਹਾਂਜੀ, ਇਹ ਵਰਮੀ ਕੰਪੋਸਟ ਦਾ ਥੋੜਾ ਜਿਹਾ ਸਾਨੂੰ ਦੱਸੋ ਵੀ ਕਿਵੇਂ ਬਣਾਈ ਜਾਂਦੀ ਹੈ, ਕਿਵੇਂ ਅਸੀਂ ਉਹਦਾ ਖਿਆਲ ਰੱਖਣਾ। ਹੁੰਦੀ ਤੇ ਇਹ ਕੁਦਰਤੀ ਤੌਰ ਤੇ ਵੀ ਧਰਤੀ ਦੇ ਵਿੱਚ ਹੁੰਦੀ ਆ, ਪਰ ਅਸੀਂ ਉਹ ਖਤਮ ਕਰ ਲਈ। ਤੇ ਇਹਨੂੰ ਕਿੱਦਾਂ ਹੁਣ ਅਸੀਂ ਬਣਾਈਏ ਵੀ ਭਾਈ ਇਹ ਦੁਬਾਰਾ ਫੇਰ ਸਾਡਾ ਉਹ ਜਿਹੜਾ ਸਿਸਟਮ ਆ, ਸਾਡੀਆਂ ਫਸਲਾਂ ਜਿਹੜੀਆਂ ਰਵਾਇਤੀ ਤਰੀਕੇ ਨਾਲ ਅਸੀਂ ਬੀਜਦੇ ਸੀਗੇ ਜਾਂ ਉਗਾਉਂਦੇ ਸੀਗੇ, ਉਹੀ ਸਿਸਟਮ ਸਾਡਾ ਦੁਬਾਰਾ ਚੱਲ ਪਵੇ। ਸੋ ਜਿਹੜੀ ਤੁਸੀਂ ਗੱਲ ਕੀਤੀ ਹੈ ਤੇਜਪਾਲ ਜੀ, ਵੀ ਜਿਹੜੀ ਵਰਮੀ ਕੰਪੋਸਟ ਆ, ਇਹ ਅੱਜ ਕੱਲ੍ਹ ਤਾਂ ਪ੍ਰਫੁੱਲਤ ਹੋ ਰਹੀ ਹੈ ਕਿਉਂਕਿ ਜਦੋਂ ਅਸੀਂ ਕੋਈ ਰੂੜੀ ਦੀ ਜਿਵੇਂ ਗੱਲ ਕਰਦਾ ਜਾਂ ਕੰਪੋਸਟ ਦੀ ਗੱਲ ਕਰਦਾ ਜੀ, ਜਦੋਂ ਵੀ ਉਹ ਟਾਈਮ ਲੈਂਦੀਆਂ 4 ਤੋਂ 5 ਮਹੀਨੇ। ਤੇ ਜਿਹੜੀ ਇਹ ਵਰਮੀ ਕੰਪੋਸਟ ਯਾਨੀ ਕਿ ਗੰਡੋਏ ਦੀ ਖਾਦ ਜਿਹਨੂੰ ਅਸੀਂ ਕਹਿੰਦੇ ਆ, ਉਹ 60 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਆ। ਅੱਛਾ, ਹਾਂਜੀ, ਤੇ ਉਹ ਟਾਈਮ ਵੀ ਘੱਟ ਲੈਂਦੀ ਆ ਤੇ ਇਹਦੇ ਨਾਲ ਜਿਹੜੇ ਇਹਦੀ ਜਿਹੜੀ ਆਪਣੀ ਤਾਕਤ ਹੈਗੀ, ਜਿਹਦੇ ਵਿੱਚ ਸਾਰੇ ਤੱਤ ਜਿਹੜੇ ਹੈਗੇ ਆ, ਜਿਹੜੇ ਧਰਤੀ ਨੂੰ ਚਾਹੀਦੇ ਆ ਜੀ, ਉਹ ਵੀ ਪ੍ਰੋਪਰ ਜਿਹੜੇ ਉਹ ਮਿਲ ਜਾਂਦੇ ਆ। ਸੋ ਇਹਦੇ ਵਿੱਚ ਮੈਂ ਜੇ ਗੱਲ ਕਰਾਂ ਤਾਂ ਅਸੀਂ ਇਹਦੇ ਵਿੱਚ ਕਰਨਾ ਕੀ ਹੁੰਦਾ ਬਈ, ਅਸੀਂ 1/1 ਅਨੁਪਾਤ, ਮਤਲਬ ਜਿੰਨਾ ਅਸੀਂ ਗੋਹਾ ਜਾਂ ਜਿਹੜੀ ਪਸ਼ੂਆਂ ਦੀ ਰਹਿੰਦ ਖੂੰਹਦ ਹੈ ਉਹ ਪਾਉਣੀ ਹੈ, ਉਨੀ ਅਸੀਂ ਜਿਹੜੀ ਫਸਲ ਦੀ ਰਹਿੰਦ ਖੂੰਹਦ ਹੈ ਕੋਈ ਵੀ, ਚਾਹੇ ਉਹ ਪੱਤੇ ਹੈ, ਚਾਹੇ ਉਹ ਪਰਾਲੀ ਦੇ ਰੂਪ ਚ ਹੈ, ਚਾਹੇ ਕਿਸੇ ਵੀ ਤਰ੍ਹਾਂ ਦੀ ਰਹਿੰਦ ਖੂੰਹਦ ਹੈ ਫਸਲ ਦੀ, ਜੇ ਆਪਾਂ ਘਰ 'ਚ ਵੀ ਕੋਈ ਚੀਜ਼ ਖਾਂਦੇ ਆ, ਉਹ ਛਿਲਕੇ ਛੁਲਕੇ ਸਭ ਉਹਦੇ ਵਿੱਚ ਪਾ ਦਈਦੇ ਕਹਿੰਦੇ। ਹਾਂਜੀ, ਪਾ ਜਾਂਦੇ ਆ ਜੀ। ਜੀ ਜੀ। ਤੇ ਉਹ ਕੀ ਹੈ ਵੀ ਨਿੰਬੂ ਜਾਤੀ ਨੂੰ ਛੱਡ ਕੇ, ਅੱਛਾ ਜੀ, ਬਾਕੀ ਜਿਵੇਂ ਨਿੰਮ ਦੇ ਪੱਤੇ ਹੋ ਗਏ ਜਾਂ ਹੋਰ ਕਿਸੇ ਚੀਜ਼ ਦੇ ਪੱਤੇ ਆ ਜਿਹੜੇ ਗਲੇ ਸੜੇ, ਉਹ ਅਸੀਂ ਪਾ ਸਕਦੇ ਹਾਂ। ਠੀਕ ਹੈ ਜੀ। ਤਾਂ ਕਰਨਾ ਕੀ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਹੈਗਾ, ਅਸੀਂ 6x3x2 ਫੁੱਟ ਦਾ ਯਾਨੀ ਕਿ ਇੱਕ ਜਿਹੜਾ ਹੈਗਾ ਉਹ ਅਸੀਂ ਬੈੱਡ ਬਣਾਉਣਾ। ਅੱਛਾ ਜੀ, ਠੀਕ ਹੈ ਜੀ। ਇਹ ਮੈਂ ਤਾਂ ਦੱਸੀ ਹੈ ਇਹ ਇੰਨੀ ਜਿਹੜੇ ਫੁੱਟਾਂ 'ਚ, ਕਿਉਂਕਿ ਜਿਹੜੇ ਇਹਦੇ ਲਈ 1 ਕਿਲੋ ਗੰਡੋਏ ਕਾਫੀ ਹੁੰਦੇ ਆ। ਅੱਛਾ, ਉਹ 'ਚ ਕਰਨਾ ਕੀ ਹੈ ਕਿ ਅਸੀਂ ਪਰਤ ਬਣਾਉਣੀ ਹੈ, ਮਤਲਬ 1.5 ਤੋਂ 2 ਫੁੱਟ ਤੱਕ ਉੱਚੀ। ਉਹਦੇ 'ਚ ਕੀ ਹੈ, ਪਹਿਲਾਂ ਜਿੱਦਾਂ ਅਸੀਂ ਜਿਹੜਾ ਹੈਗਾ ਗੋਹਾ ਲੈਣਾ। ਅੱਛਾ, ਗੋਹਾ ਜਿਹੜਾ ਉਹ ਅਸੀਂ 15 ਦਿਨ ਪਹਿਲਾਂ ਉਹਨੂੰ ਸੁਕਾਉਣਾ, ਤਾਂ ਜੋ ਉਹਦੇ ਵਿੱਚੋਂ ਜਿਹੜੀਆਂ ਗੈਸਾਂ ਹੈਗੀਆਂ ਉਹ ਨਿਕਲ ਜਾਣ ਬਾਹਰ, ਜਿਹੜੀਆਂ ਗੰਦੀਆਂ ਗੈਸਾਂ ਹੁੰਦੀਆਂ ਨੇ ਜਿਹੜੀਆਂ ਨੁਕਸਾਨ ਕਰਦੀਆਂ, ਉਹਨੂੰ ਖਿਲਾਰ ਕੇ ਸੁਕਾ ਲੈਣਾ। ਜਦੋਂ 15 ਦਿਨ ਤੋਂ ਬਾਅਦ ਜਿਹੜਾ ਹੈਗਾ ਫਿਰ ਅਸੀਂ ਇਹਨੂੰ ਇਹਦੇ ਉੱਤੇ ਜਿਹੜਾ ਹੈਗਾ ਬੈੱਡ ਬਣਾਉਣਾ, ਉਹਦੇ ਵਿੱਚ ਅਸੀਂ ਜਿਹੜੀ ਰਹਿੰਦ ਖੂੰਹਦ ਹੈ ਉਹ ਵੀ ਪਾ ਦੇਣੀ ਆ, ਤੇ ਜਿਹੜੀ ਪਰਤ ਹੈਗੀ ਹੈ ਇਸ ਗੋਹੇ ਦੀ ਉਹ ਵੀ ਪਾ ਦੇਣੀ, ਤੇ ਹਲਕਾ ਜਿਹੜਾ ਪਾਣੀ ਹੈ ਉਹ ਅਸੀਂ ਪਾ ਦੇਣਾ। ਠੀਕ ਹੈ ਜੀ। ਇਹਨੂੰ ਅਸੀਂ ਇਦਾਂ ਹੀ 15 ਦਿਨ ਜਿਹੜਾ ਹੈਗਾ ਉਹ ਚੱਲਦੇ ਰਹਿਣ ਦੇਣਾ। ਫਿਰ 15 ਦਿਨ ਤੋਂ ਬਾਅਦ ਜਿਹੜਾ ਹੈਗਾ, ਮਤਲਬ 1 ਮਹੀਨਾ ਹੋ ਗਿਆ ਸਪੋਜ਼ ਕਰੋ ਬਈ, 15 ਦਿਨ ਪਹਿਲਾਂ ਗੋਹਾ ਸੁਕਾਇਆ, ਫਿਰ 15 ਯਾਨੀ ਕਿ ਬੈੱਡ ਬਣਾਉਣ ਤੋਂ 15 ਦਿਨ ਬਾਅਦ ਅਸੀਂ ਜਿਹੜਾ ਕਿਲੋ ਗੰਡੋਏ ਹੈਗੇ ਆ ਉਹ ਇਹਦੇ 'ਚ ਪਾ ਦੇਣੇ ਆ। ਹੁਣ ਇੱਥੇ ਗੱਲ ਆਉਂਦੀ ਹੈ ਵੀ ਗੰਡੋਏ, ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਆਂਦਰਾਂ ਨੇ, ਤੇ ਇਹਦੇ ਵਿੱਚ ਮੈਂ ਇੱਥੇ ਦੱਸਣਯੋਗ ਹੈ ਵੀ 350 ਤੋਂ ਜ਼ਿਆਦਾ ਪ੍ਰਜਾਤੀਆਂ ਜਿਹੜੀਆਂ ਉਹ ਗੰਡੋਇਆਂ ਦੀਆਂ ਹੈਗੀਆਂ। ਅੱਛਾ ਜੀ। ਕਈ ਜਿਹੜੇ ਗੰਡੋਏ ਆ ਬਹੁਤ ਡੂੰਘੇ ਥੱਲੇ ਤੱਕ ਚਲੇ ਜਾਂਦੇ ਆ, ਕਈ ਗੰਡੋਏ ਜਿਹੜੇ ਉੱਪਰ ਰਹਿੰਦੇ ਆ। ਸੋ ਜਿਹੜਾ ਇਹ ਆਪਣਾ ਅਸੀਂ ਬਣਾਉਣੀ ਆ ਖਾਦ, ਉਹਦੇ ਵਿੱਚ ਜਿਹੜੇ ਉੱਪਰ ਰਹਿਣ ਵਾਲੇ ਗੰਡੋਏ ਆ, ਜਿਵੇਂ ਸਟੀਡੀਆ ਫੋਟੇਡਾ ਅਸੀਂ ਕਹਿੰਦੇ ਆ, ਸੀਨੀਆ ਫੋਟੇਡਾ ਨਾਂ ਦੀ ਇੱਕ ਪ੍ਰਜਾਤੀ ਹੈਗੀ ਆ, ਉਹ ਜਿਹੜੀ ਹੈਗੀ ਆ ਉਹ ਬਹੁਤ ਕਾਰਗਰ ਹੈਗੀ ਆ। ਉਹ ਲਾਲ ਰੰਗ ਦੀ ਹੁੰਦੀ ਤੇ ਛੋਟਾ, ਉਹਦਾ ਆਕਾਰ ਛੋਟਾ ਹੁੰਦਾ। ਠੀਕ ਹੈ। ਉਹ ਬੜੀ ਤੇਜ਼ੀ ਦੇ ਨਾਲ ਜਿਹੜੀ ਹੈਗੀ ਆ, ਜਿਹੜੀ ਇਹ ਰਹਿੰਦ ਖੂੰਹਦ ਆ ਉਹਨੂੰ ਇੱਕ ਜਾਨੀ ਕਿ ਖਾਦ ਦੇ ਵਿੱਚ ਜਿਹੜੀ ਆ ਉਹ ਕਰ ਦਿੰਦੀ ਹੈ। ਤੇ ਜੇ ਮੈਂ ਦੂਜੇ ਪਾਸੇ ਗੱਲ ਕਰਾਂ ਵੀ ਵਰਮੀ ਕੰਪੋਸਟ ਬਾਰੇ, ਤਾਂ ਮੈਂ ਦੱਸ ਦਿੱਤਾ ਬਈ ਹੁਣ ਆਪਾਂ ਨੂੰ ਇਹਦੇ ਵਿੱਚ ਇੱਕ ਖਾਸ ਗੱਲ ਇਹ ਹੁੰਦੀ ਹੈ ਸੱਚ ਬਈ, ਜਿਹੜੀ ਵਰਮੀ ਕੰਪੋਸਟ ਆ ਉਹਦੇ 'ਚ ਪਾਣੀ ਦੀ ਮਾਤਰਾ ਜਿਹੜੀ ਹੈਗੀ ਆ ਉਹ ਅਸੀਂ 60% ਜਿਹੜੀ ਉਹ ਰੱਖਣੀ ਹੈ ਨਵੀਂ। ਅੱਛਾ। ਤੇ ਜਿਹੜੇ ਆਪਾਂ ਕੇਚੂਏ ਪਾਏ ਆ ਜਾਂ ਅਸੀਂ ਗੰਡੋਏ ਪਾਏ ਆ, ਉਹਨਾਂ ਨੂੰ ਪੰਛੀਆਂ ਤੋਂ ਬਚਾਉਣ ਲਈ ਜਿਹੜੇ ਅਸੀਂ ਪਰਤ ਬਣਾਈ ਹੈ 1.5 ਤੋਂ 2 ਫੁੱਟ, ਉਹਨੂੰ ਅਸੀਂ ਕਿਸੇ ਚੀਜ਼ ਦੇ ਨਾਲ ਕਵਰ ਕਰ ਲੈਣਾ, ਚਾਹੇ ਉਹ ਬੋਰੀਆਂ ਜਿੱਦਾਂ ਪੁਰਾਣੀਆਂ ਆਪਣੀਆਂ ਆਉਂਦੀਆਂ ਸੀਗੀਆਂ ਸਾਣ ਵਾਲੀਆਂ, ਜੂਟ ਬੈਗ ਜਿਹਨਾਂ ਨੂੰ ਕਹਿੰਦੇ, ਉਹ ਅਸੀਂ ਪਾ ਸਕਦੇ ਹਾਂ ਆਪਾਂ, ਤਾਂ ਜੋ ਆਪਣਾ ਕੰਮ ਜਿਹੜਾ ਥੱਲੇ ਉਹ ਕਰਦੇ ਰਹਿੰਦੇ। ਤੇ ਇਹਦੇ ਵਿੱਚ ਪਾਣੀ ਜਿਹੜਾ ਹੈਗਾ ਉਹ ਅਸੀਂ ਚੈੱਕ ਕਰਦੇ ਰਹਿਣਾ ਵੀ ਪਾਣੀ ਜਿਹੜਾ ਹੈਗਾ ਉਹ ਆਪਾਂ ਦਿੰਦੇ ਰਹਿਣਾ, ਤਾਂ ਜੋ ਨਮੀ ਜਿਹੜੀ ਆ ਉਹ 50 ਤੋਂ 60% ਜਿਹੜੀ ਨਮੀ, 60 ਤੋਂ 70% ਨਮੀ ਜਿਹੜੀ ਆ ਉਹ ਬਣੀ ਰਵੇ। ਤੇ ਇੱਕ ਜਾਨੀ ਕਿ ਜਦੋਂ ਅਸੀਂ 2 ਮਹੀਨੇ ਹੋ ਜਾਂਦੇ ਆ ਪ੍ਰੋਪਰ, ਤੇ ਅਸੀਂ ਜਦੋਂ ਉਹਨੂੰ ਹੱਥ ਲਾ ਕੇ ਦੇਖਦੇ ਆ ਤੇ ਭੁਰਭੁਰੀ ਜਿਹੀ ਹੋ ਜਾਂਦੀ ਆ। ਠੀਕ ਹੈ। ਫਿਰ ਅਸੀਂ ਉਹਨੂੰ ਕੀ ਕਰਨਾ ਕਿ ਉਹ ਤਿਆਰ ਆ, ਔਰ ਇਹ ਤਿਆਰ ਹੋਣ ਦਾ ਇੱਕ ਹੀ ਸਾਨੂੰ ਪਤਾ ਲੱਗਦਾ ਵੀ ਸਾਨੂੰ ਪਤਾ ਕਿੱਦਾਂ ਲੱਗੂਗਾ ਵੀ ਤਿਆਰ ਹੋ ਗਈ। ਇੱਕ ਤਾਂ ਇਹ ਭੂਰੇ ਰੰਗ ਦੀ ਹੋ ਜਾਂਦੀ, ਜਿਵੇਂ ਕਿ ਜਿਹੜੀ ਆਪਣੀ ਪੱਤੀ ਹੁੰਦੀ ਹੈ ਚਾਹ ਪੱਤੀ, ਉਦਾਂ ਦਾ ਇਹਦਾ ਰੰਗ ਹੋ ਜਾਂਦਾ, ਭੁਰਭੁਰੀ ਵੀ ਉਦਾਂ ਦੀ ਹੋ ਜਾਂਦੀ ਹੈ। ਔਰ ਦੂਜੀ ਵਾਰੀ ਜਿਹੜਾ ਇਹਦੇ ਵਿੱਚੋਂ ਜਿਹੜੀ ਕੋਈ ਵੀ ਬਦਬੂ ਹੈਗੀ ਆ, ਗੰਦੀ ਬਦਬੂ ਨਹੀਂ ਆਉਂਦੀ। ਅੱਛਾ, ਖਤਮ ਹੋ ਜਾਂਦੀ ਹੈ ਬਿਲਕੁਲ ਸਾਫ਼, ਯਾਨੀ ਕਿ ਤੁਹਾਨੂੰ ਜਿਹੜੀ ਉਹ ਸੁਗੰਧ ਕੋਈ ਨਹੀਂ ਆਊਗੀ। ਤਾਂ ਉਹਨੂੰ ਫਿਰ ਅਸੀਂ ਜਿਹੜਾ ਹੈਗਾ ਉਹ 4 mm ਦੀ ਜਿਹੜੀ ਛਾਨਣੀ ਹੁੰਦੀ ਹੈ ਉਹਦੇ ਨਾਲ ਛਾਣ ਲੈਂਦੇ ਆ। ਉਹ ਕਿਉਂ ਛਾਣਦੇ ਆ? ਤਾਂ ਕਿਉਂਕਿ ਜਿਹੜੇ ਆਂਡੇ ਹੁੰਦੇ ਆ ਵਰਮੀ ਜਿਹੜੇ ਗੰਡੋਇਆਂ ਦੇ ਜਾਂ ਖੁਦ ਗੰਡੋਏ ਹੋ ਗਏ, ਉਹਨਾਂ ਨੂੰ ਅਸੀਂ ਅਗਲੇ ਬੈੱਡਾਂ ਲਈ ਤਿਆਰ ਕਰਨਾ ਹੁੰਦਾ। ਸੋ ਇਹਦੇ ਨਾਲ ਉਹ ਵੱਖਰਾ ਹੋ ਜਾਂਦਾ। ਇਹਦੀ ਪੈਕਿੰਗ ਕਰਕੇ ਜਿਹੜਾ ਹੈਗਾ ਫਿਰ ਅਸੀਂ ਜਿਹੜਾ ਹੈਗਾ ਇਹ ਵਰਮੀ ਕੰਪੋਸਟ ਜਿਹੜਾ ਆਪਣੇ ਖੇਤਾਂ ਦੇ ਵਿੱਚ ਅਸੀਂ ਪਾ ਸਕਦੇ ਹਾਂ। ਠੀਕ ਆ।
ਅੱਛਾ, ਇਹ ਤੁਸੀਂ ਬੜੀਆਂ ਵੱਡੀਆਂ ਗੱਲਾਂ ਦੱਸੀਆਂ। ਹਾਂਜੀ ਹਾਂ, ਜਿਹੜਾ ਤੁਸੀਂ ਦੱਸਿਆ ਵੀ 350 ਤਰ੍ਹਾਂ ਦੇ ਗੰਡੋਏ ਆ ਹਾਂਜੀ। ਹੈ, ਅਸੀਂ ਤੇ ਭਾਈ ਉਹੀ ਦੇਖੀ ਜਿਹੜਾ ਤੁਰਿਆ ਜਾਂਦਾ ਹੁੰਦਾ ਇੱਕ, ਬਸ ਉਹਦਾ ਹੀ ਪਤਾ ਸਾਨੂੰ, ਤੇ ਸਾਰੇ ਉਦਾਂ ਦੇ ਲੱਗਦੇ ਹੁੰਦੇ ਆ ਹੈਨਾ, ਇੰਨੀ ਤਾਂ ਸਾਨੂੰ ਪਛਾਣ ਦੀ। ਨਹੀਂ ਤੇ ਜੀ, ਨਾਲੇ ਹਾਂ ਜਿਹੜਾ ਨਾਂ ਤੁਸੀਂ ਦੱਸਿਆ ਇਹ ਤਾਂ ਤੁਹਾਡੇ ਕੋਲ ਬੰਦੇ ਭੇਜਾਂਗੇ ਅਸੀਂ ਜੇ ਕਿਸੇ ਨੇ ਕਰਨਾ ਹਨਾ। ਨਹੀਂ ਬਿਲਕੁਲ ਜੀ, ਹਾਂ, ਸਾਡੇ ਕ੍ਰਿਸ਼ੀ ਤੇ- ਵਿਗਿਆਨ ਕੇਂਦਰ ਦੇ ਵਿੱਚ ਯਾਨੀ ਕਿ ਅਸੀਂ ਜਿਹੜੀਆਂ ਇੰਨੀਆਂ ਟ੍ਰੇਨਿੰਗਾਂ ਹੈਗੀਆਂ, ਹਾਂਜੀ ਹਾਂਜੀ। ਵਰਮੀ ਕੰਪੋਸਟ ਜਿਹੜੀ ਬਣਦੀ ਹੈ ਹਾਂ, ਉਹ ਅਸੀਂ ਸ਼ਾਰਟ ਡਿਊਰੇਸ਼ਨ ਮਤਲਬ ਜਿਹੜੀਆਂ 1 ਤੋਂ 2 ਦਿਨ ਦੀਆਂ ਹੁੰਦੀਆਂ ਅੱਛਾ ਜਾਂ 7 ਦਿਨ ਦੀਆਂ ਹੁੰਦੀਆਂ ਜਾਂ 21 ਦਿਨ ਦੀਆਂ। ਅੱਛਾ ਜੀ। ਤਾਂ ਮਾਮੂਲੀ ਅਸੀਂ ਜਿਹੜੀਆਂ 3 ਤੋਂ 7 ਦਿਨ ਦੀ ਟ੍ਰੇਨਿੰਗ ਜਿਹੜੀ ਉਹ ਵਰਮੀ ਕੰਪੋਸਟ ਤੇ ਅਸੀਂ ਜਿਹੜੀ ਉੱਥੇ ਮਤਲਬ ਦਿੰਨੇ ਆ ਜੀ। ਠੀਕ ਆ, ਤੁਸੀਂ ਸਾਰਾ ਕੁਝ ਦੱਸ ਦਿੰਦੇ ਆ ਭਾਈ ਇਦਾਂ। ਹਾਂਜੀ ਬਿਲਕੁਲ ਹੁਣ ਆਈਏ ਡਾਕਟਰ ਸਾਹਿਬ, ਜਿਹੜਾ ਦੂਜਾ ਵੱਡਾ ਫੈਕਟਰ ਆ ਇਹਦੇ ਵਿੱਚ ਆਪਣੇ ਜੈਵਿਕ ਖੇਤੀ ਔਰ ਰਸਾਇਣਿਕ ਖੇਤੀ ਦੇ ਵਿੱਚ, ਹਾਂਜੀ ਉਹ ਹੈਗਾ ਕੀੜੇ ਮਕੌੜੇ, ਬਿਮਾਰੀਆਂ ਹਾਂਜੀ ਤੇ ਦਵਾਈਆਂ, ਬਿਲਕੁਲ ਜੀ ਜਿਹੜਾ ਸਾਡੀ ਸਿਹਤ ਨੂੰ ਵੀ ਖਰਾਬ ਕਰਦੀਆਂ। ਅਸੀਂ ਇਸੇ ਕਰਕੇ ਦੁਬਾਰਾ ਵਾਪਸ ਮੋੜ ਰਹੇ ਹਾਂ। ਬਿਲਕੁਲ ਜੀ। ਉਹਨਾਂ ਬਾਰੇ ਦੱਸੋ ਵੀ ਭਾਈ ਉੱਥੇ ਸਾਨੂੰ ਕੀ ਕਰਨਾ ਚਾਹੀਦਾ। ਤੇ ਇਹਦੇ ਨਾਲ ਇੱਕ ਗੱਲ ਹੋਰ ਮੈਂ ਦੱਸ ਦਿੰਦਾ, ਉਹ ਜਿਹੜਾ ਤੁਸੀਂ ਆਹ ਗੱਲ ਕੀਤੀ ਆ ਵੀ ਆਪਾਂ ਢਾਂਚਾ ਵਗੈਰਾ ਬੀਜਦੇ ਆ, ਉਹ 150 ਕਿਲੋ ਆਪਣੇ ਨਾਈਟ੍ਰੋਜਨ ਇਕੱਠੀ ਕਰਕੇ ਜ਼ਮੀਨ ਨੂੰ ਦੇ ਦਿੰਦਾ ਆ। ਹਾਂਜੀ ਤੇ ਫਸਲੀ ਚੱਕਰ ਜੇ ਆਪਾਂ ਜਿੱਦਾਂ ਹੈਗਾ, ਜਿੱਦਾਂ ਦਾਲਾਂ ਦੀ ਹੋਈ ਜਾਂ ਕੁਝ ਇਦਾਂ ਦਾ ਫਸਲੀ ਚੱਕਰ ਵੀ ਇਹ ਤੇ ਅਸਰ ਪਾਉਂਦਾ ਆ। ਇਹਦੇ ਵਿੱਚ ਇਦਾਂ ਹੈ ਜੀ, ਇਹ ਜੇ ਆਪਾਂ ਪੁਰਾਤਨ ਚ ਝਾਕ ਮਾਰੀਏ ਨਾ ਤਾਂ ਸਾਡੇ ਯਾਨੀ ਕਿ ਆਪਣੇ ਬਜ਼ੁਰਗ ਅਸੀਂ ਦੇਖਿਆ ਖੁਦ ਕਰਦੇ ਵੀ ਜਿਹੜਾ ਜਿੱਦਾਂ ਅਸੀਂ ਬਫਰ ਕਹਿੰਦੇ ਆ ਉਹਨੂੰ, ਹਾਂਜੀ ਹਾਂਜੀ। ਬਈ ਜਿਹੜਾ ਆਲਾ ਦੁਆਲਾ ਹੁੰਦਾ ਸੀ ਉਹਨੂੰ ਅਸੀਂ ਜੰਤਰ ਦੇ ਨਾਲ ਅਸੀਂ ਖੁਦ ਦੇਖਿਆ ਪਿੰਡਾਂ ਦੇ ਵਿੱਚ ਵੀ ਅਸੀਂ ਉਹਨੂੰ ਕਵਰ ਕਰਦੇ ਸੀ। ਠੀਕ ਹੈ ਜੀ। ਔਰ ਉਹਦਾ ਮੇਨ ਮੋਟੋ ਇਹੀ ਸੀਗਾ ਵੀ ਜਿਹੜੀ ਤੱਤ ਸੀਗੇ ਉਹਨਾਂ ਦੀ ਪੂਰਤੀ ਹੋ ਜਾਂਦੀ ਸੀ। ਔਰ ਦੂਜਾ ਇਹ ਸੀਗਾ ਵੀ ਜਿਹੜਾ ਕੋਈ ਜਿਵੇਂ ਸਪੋਜ਼ ਕਰੋ ਕਿ ਜਿਹੜੇ ਪੰਛੀ ਹੈ ਜਾਂ ਕੋਈ ਹੈ ਉਹ ਆਪਣਾ ਉੱਥੇ ਰਹਿਣ ਬਸੇਰਾ ਕਰਦੇ ਸੀ, ਹਾਂਜੀ ਹਾਂਜੀ, ਉਹਦੇ ਨਾਲ ਵੀ ਇੱਕ ਤਰ੍ਹਾਂ ਦੀ ਰੋਕਥਾਮ ਜਿਹੜੀ ਉਹ ਹੋ ਜਾਂਦੀ ਸੀਗੀ। ਸੋ ਇਹਦੇ ਵਿੱਚ ਇਹੀ ਆ ਵੀ ਚਲੋ ਦੋਨੇ ਚੀਜ਼ਾਂ ਆਪਣੀ ਥਾਂ ਠੀਕ ਨੇ, ਪਰ ਜੇ ਅਸੀਂ ਹੁਣ ਜੈਵਿਕ ਖੇਤੀ ਦੀ ਜਿਵੇਂ ਗੱਲ ਕਰ ਰਹੇ ਹਾਂ ਤਾਂ ਉਹਦੇ ਵਿੱਚ ਜਿਹੜੇ ਕੀੜੇ ਮਕੌੜੇ ਆ, ਅਸੀਂ ਜੈਵਿਕ ਖੇਤੀ ਦਾ ਪਹਿਲਾ ਸਿਧਾਂਤ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਇਹੀ ਆ ਵੀ ਜਿਹੜੀ ਮਿੱਟੀ ਆ ਉਹਨੂੰ ਇੰਨੀ ਤਾਕਤਵਰ ਬਣਾ ਲਓ, ਔਰ ਜਿਹੜਾ ਤੁਹਾਡਾ ਬੀਜ ਹੈਗਾ, ਜਿਹੜੀ ਫਸਲ ਦਾ ਕੋਈ ਵੀ ਕਿਸਮ ਹੈ ਉਹ ਇਦਾਂ ਦੀ ਹੋਵੇ ਵੀ ਉਹਦੀ ਸਿਲੈਕਸ਼ਨ ਕਰੋ ਵੀ ਜਿਹੜਾ ਝਾੜ ਵੀ ਦੇ ਦੇਵੇ ਤੇ ਉੱਤੇ ਕੀੜੇ ਮਕੌੜੇ ਵੀ ਘੱਟ ਆਉਣ। ਇਹ ਉਹੀ ਗੱਲ ਆ ਵੀ ਜਿੱਦਾਂ ਕਰੋਨਾ ਦੇ ਵਿੱਚ ਆਪਾਂ ਕਹਿੰਦੇ ਆ ਨਾ ਹਾਂਜੀ ਵੀ ਭਾਈ ਤੁਹਾਡੀ ਇਮਿਊਨਿਟੀ ਚੰਗੀ ਆ ਤੇ ਤੁਹਾਨੂੰ ਕਰੋਨਾ ਕੁਝ ਨਹੀਂ ਕਹਿੰਦਾ, ਬਿਲਕੁਲ, ਇਹ ਧਰਤੀ ਦੀ ਇਮਿਊਨਿਟੀ ਵਧਾ ਰਹੇ ਆ। ਹਾਂਜੀ ਹਾਂ ਬਿਲਕੁਲ। ਸੋ ਉਹਦੇ ਨਾਲ ਯਾਨੀ ਕਿ ਇਹ ਜਿਹੜਾ ਹੈਗਾ ਆਪਾਂ ਜਿਹੜਾ ਉਹ ਟਾਰਗੇਟ ਅਚੀਵ ਕਰ ਸਕਦੇ ਹਾਂ। ਠੀਕ ਆ। ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਬਈ ਤੁਸੀਂ ਜਿਵੇਂ ਕਿਹਾ ਵੀ ਕੀੜੇ ਮਕੌੜੇ ਕਿਵੇਂ ਰੋਕਣੇ ਆ, ਤਾਂ ਉਹਦੇ ਵਿੱਚ ਇਹ ਹੈ ਬਈ ਜਿਹੜੀਆਂ ਕਈ ਜਿਹੜੇ ਏਜੰਸੀਆਂ ਹੈਗੀਆਂ ਨੇ ਹਾਂਜੀ ਉਹ ਪ੍ਰਮਾਣਿਤ ਨੇ, ਠੀਕ ਹੈ ਜੀ, ਜੈਵਿਕ ਖੇਤੀ ਦੇ ਲਈ। ਉਹਨਾਂ ਦੇ ਮਾਪਦੰਡਾਂ ਦੇ ਅਨੁਸਾਰ ਜਿਹੜੇ ਅਸੀਂ ਮਾਰਕੀਟ ਚੋਂ ਲੈ ਸਕਦੇ ਹਾਂ, ਮਤਲਬ ਜਿਹੜੇ ਸਾਨੂੰ ਮਿਲ ਸਕਦੇ ਆ ਜੀ, ਠੀਕ ਹੈ, ਉਹ ਵਰਤ ਸਕਦੇ ਆ, ਜਿਨ੍ਹਾਂ ਦੇ ਵਿੱਚ BT ਪਹਿਲੇ ਨੰਬਰ ਤੇ, ਜਿੱਦਾਂ BT ਦੀ ਜਿਹੜੀ ਫਾਰਮੂਲੇਸ਼ਨਾਂ ਆਉਂਦੀਆਂ ਨੇ। ਹਾਂਜੀ ਹਾਂਜੀ। ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਬਈ ਜਿਹੜਾ ਬਵੇਰੀਆ ਬੈਸੀਆਨਾ ਆਉਂਦਾ, ਉੱਲੀਆਂ ਹੀ ਨੇ। ਅੱਛਾ ਜੀ। ਫਿਰ ਇਦਾਂ ਹੀ ਮੈਟਾਰੀਜ਼ੀਅਮ ਆਉਂਦਾ, ਠੀਕ ਹੈ ਜੀ। ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਬਈ ਜਿਹੜਾ ਆਪਣਾ ਵਰਟੀਸਿਲੀਅਮ ਲੈਕਨਾਈ ਆ, ਅੱਛਾ ਜੀ, ਇਹ ਸਾਰੀਆਂ ਤੇ ਨਿੰਮ ਜਿਹੜੀ ਆ ਉਹ ਆਉਂਦੀ ਆ। ਸੋ ਇਹਨਾਂ ਦੇ ਵਿੱਚੋਂ ਕੋਈ ਵੀ ਆਪਾਂ ਜਿਹੜਾ ਹੈਗਾ ਉਹ ਖੇਤ ਦੇ ਵਿੱਚ ਜਿਹੜਾ ਹੈ ਛਿੜਕਾਅ ਕਰਕੇ ਜਿਹੜੇ ਆਪਣੇ ਕੀੜੇ ਆਉਂਦੇ ਆ ਰਸ ਚੂਸਣ ਵਾਲੇ ਜਾਂ ਆਪਣੇ ਆਉਂਦੇ ਆ ਦੂਜੇ ਬਿਮਾਰੀਆਂ ਜੀ, ਠੀਕ ਹੈ ਜੀ, ਉਹਨਾਂ ਦੀ ਵੀ ਮੈਂ ਜੇ ਗੱਲ ਕਰਾਂ ਤਾਂ ਉਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਬਈ ਜਿਹੜਾ ਬਿਮਾਰੀ ਆਉਂਦੀ ਹੈ ਉੱਥੇ ਇੱਕ ਟ੍ਰਾਈਕੋਡਰਮਾ ਨਾਂ ਦੇ ਜਿਹੜਾ ਹੈਗਾ ਉਹ PAU ਵੱਲੋਂ ਵੀ ਦਿੱਤਾ ਜਾਂਦਾ। ਅੱਛਾ ਜੀ। ਤਿਆਰ ਕੀਤਾ ਹੋਇਆ ਪ੍ਰੋਡਕਟ ਹੈਗਾ ਜੀ। ਤਾਂ ਉਹ ਜਿਹੜਾ ਹੈਗਾ ਚਾਹੇ ਇਹਨੂੰ ਅਸੀਂ ਮਟਰਾਂ ਵਿੱਚ ਝੁਲਸ ਰੋਗ ਲਈ ਵਰਤਦੇ ਹਾਂ, ਉਹਦੇ ਲਈ ਜਿਹੜਾ ਹੈਗਾ ਉਹ ਸਿਊਡੋਮੋਨਾਸ ਵਰਤਦੇ ਆ ਮਟਰਾਂ ਵਿੱਚ, ਤੇ ਜਿਹੜਾ ਟ੍ਰਾਈਕੋਡਰਮਾ ਹੈਗਾ ਉਹ ਅਸੀਂ ਜਿਹੜਾ ਹੈਗਾ ਆਲੂਆਂ ਦੇ ਵਿੱਚ ਲਾਉਨੇ ਆ, ਯਾਨੀ ਕਿ ਆਲੂਆਂ ਦੇ ਜਿਹੜਾ ਖਰਿੰਡ ਰੋਗ ਆਉਂਦਾ ਉਹਦੇ ਲਈ, ਤੇ ਜਿਹੜਾ ਬਾਸਮਤੀ ਦੇ ਵਿੱਚ ਜਿਹੜਾ ਝੰਡਾ ਰੋਗ ਆਉਂਦਾ ਉਹਦੇ ਲਈ ਜਿਹੜਾ ਹੈਗਾ ਉਹ ਬਹੁਤ ਹੀ ਕਾਰਗਰ ਜਿਹੜਾ ਉਹ ਸਿੱਧ ਹੁੰਦਾ। ਠੀਕ ਹੈ, ਠੀਕ ਹੈ। ਸੋ ਇਸੇ ਤਰ੍ਹਾਂ ਜਿਹੜੇ ਮਿੱਤਰ ਕੀੜੇ ਆ, ਆਪਾਂ ਨੂੰ ਇੱਕ ਕਹਾਵਤ ਆ ਵੀ ਦੁਸ਼ਮਣ ਦਾ ਜਿਹੜਾ ਦੁਸ਼ਮਣ ਆ ਉਹ ਆਪਣਾ ਦੋਸਤ, ਠੀਕ ਹੈ ਜੀ। ਸੋ ਉੱਥੇ ਇਹ ਗੱਲ ਬੜੀ ਢੁੱਕਦੀ ਆ, ਕਿਉਂਕਿ ਜਿਹੜੇ ਮਿੱਤਰ ਕੀੜੇ ਆ ਸਭ ਤੋਂ ਪਹਿਲਾਂ ਉਹਨਾਂ ਦੀ ਪਹਿਚਾਣ ਹੋਣੀ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਆਰਗੈਨਿਕ ਖੇਤੀ ਕਰਦੇ ਹਾਂ। ਬਿਲਕੁਲ ਠੀਕ ਹੈ ਜੀ। ਸੋ ਉਹਦੇ ਲਈ ਸਾਨੂੰ PA ਦੇ ਨਾਲ ਜੁੜਨਾ ਪਊਗਾ, ਠੀਕ ਹੈ ਜੀ। ਉੱਥੇ ਅਸੀਂ ਜਿਹੜੇ ਜਿੰਨੇ ਤਰ੍ਹਾਂ ਦੇ ਮਿੱਤਰ ਕੀੜੇ ਆ ਸਾਰਿਆਂ ਦੀ ਜਾਣਕਾਰੀ ਦਿੰਨੇ ਆ। ਉਹਨਾਂ ਦੇ ਵਿੱਚ ਯਾਨੀ ਕਿ ਕ੍ਰਾਈਸੋਪਰਲਾ ਆ ਜਾਂਦਾ, ਅੱਛਾ ਜੀ, ਲੇਡੀ ਜਿਹਨੂੰ ਅਸੀਂ ਭੁੰਡੀ ਕਹਿੰਦੇ ਆ, ਜਨਰਲੀ ਤੌਰ ਤੇ ਲਾਲ ਭੁੰਡੀ ਕਹਿ ਦਿੰਦੇ ਆ, ਉਹ ਲੇਡੀ ਬਰਡ ਬੀਟਲ ਹੈ ਜੀ। ਉਹ ਯਾਨੀ ਕਿ ਤੇਲਾ ਚੇਪਾ ਜਿਹੜਾ ਆਉਂਦਾ ਉਹਨੂੰ ਬਹੁਤ ਖਾਂਦੀ ਹੈ। ਇਸੇ ਤਰ੍ਹਾਂ ਇੱਕ ਨਾ ਟ੍ਰਾਈਕੋਗ੍ਰਾਮਾ ਹੈ, ਜਿਵੇਂ ਮੈਂ ਟ੍ਰਾਈਕੋਡਰਮਾ ਦੀ ਗੱਲ ਕੀਤੀ ਹੈ ਉੱਲੀਆਂ ਨੂੰ ਰੋਕਣ ਲਈ, ਇਦਾਂ ਹੀ ਟ੍ਰਾਈਕੋਗ੍ਰਾਮਾ ਇਹ ਕਿ ਇੱਕ ਬੜਾ ਛੋਟਾ ਜਿਹਾ ਪਰਜੀਵੀ ਹੈਗਾ। ਇਹ ਕਰਦਾ ਕੀ ਹੈ, ਇਹਨੇ ਸੁੰਡੀਆਂ ਦੇ ਵਿੱਚ ਨਾ ਆਪਣੇ ਆਂਡੇ ਦੇ ਦੇਣੇ ਆ, ਉੱਥੇ ਆਪਣਾ ਇਹਨੇ ਜੀਵਨ ਚੱਕਰ ਬਤੀਤ ਕਰਨਾ, ਤੇ ਫਿਰ ਕੀ ਹੁੰਦਾ ਵੀ ਇਹ ਜਿਹੜਾ ਹੈਗਾ
ਉਸ ਲਾਰਵੇ ਨੂੰ ਜਾਂ ਉਸ ਸੁੰਡੀ ਨੂੰ ਖਤਮ ਕਰ ਦਿੰਦਾ। ਸੋ ਸਾਡੀ PAU ਵੱਲੋਂ ਵੀ ਸਿਫਾਰਿਸ਼ਾਂ ਨੇ, ਗੰਨੇ ਦੇ ਵਿੱਚ 3 ਤਰ੍ਹਾਂ ਦੇ ਜਿਹੜੇ ਆ ਉਹ ਸੁੰਡੀਆਂ ਆਉਂਦੀਆਂ, ਠੀਕ ਹੈ ਜੀ। ਇੱਕ ਤਾਂ ਆਉਂਦੀ ਹੈ ਜਿਹੜੀ ਅਗੇਤੀ ਫੋਟ ਦਾ ਜਿਹੜਾ ਗੰਡੂਆ ਆਉਂਦਾ, ਇਸੇ ਤਰ੍ਹਾਂ ਫਿਰ ਤੁਹਾਡੀ ਜਿਹੜਾ ਤਣੇ ਦਾ ਗੰਡੂਆ ਆਉਂਦਾ, ਫਿਰ ਇੱਕ ਆਗ ਦਾ ਗੰਡੂਆ ਆਉਂਦਾ ਜੀ। ਤਾਂ ਉਹਦੇ ਲਈ ਜਿਹੜੀ ਆ ਟ੍ਰਾਈਕੋਗ੍ਰਾਮਾ ਜਿਹੜਾ ਹੈਗਾ ਉਹ ਅਸੀਂ 40 ਥਾਵਾਂ ਦੇ ਉੱਤੇ ਜਦੋਂ ਜੂਨ ਜੁਲਾਈ ਦੇ ਵਿੱਚੋਂ ਸ਼ੁਰੂ ਕਰਦੇ ਹਾਂ, ਤੇ ਇਹਦੇ ਵਿੱਚ ਕੀ ਹੈ ਕਿ 40 ਥਾਵਾਂ ਤੇ ਅਸੀਂ ਜਿਹੜਾ ਹੈਗਾ ਉਹ ਕੱਟ ਕੇ ਤੇ ਉਹਨੂੰ ਅਸੀਂ ਲਾ ਦਿੰਦੇ ਆ, ਤੇ ਇਹ ਜਿੱਥੇ ਵੀ ਸੁੰਡੀ ਹੋਊਗਾ ਉਹਨੂੰ ਲੱਭ ਕੇ ਉਹਦੇ ਵਿੱਚ ਆਂਡੇ ਦੇ ਕੇ ਉਹਨੂੰ ਮਾਰ ਦਿੰਦਾ। ਇਸੇ ਤਰ੍ਹਾਂ ਗੰਨੇ ਤੋਂ ਇਲਾਵਾ ਜੇ ਮੈਂ ਮੱਕੀ ਦੀ ਗੱਲ ਕਰਾਂ, ਮੱਕੀ ਦੇ ਵਿੱਚ ਯਾਨੀ ਕਿ ਜੇ ਅਸੀਂ ਕਹੀਏ ਟ੍ਰਾਈਕੋਗ੍ਰਾਮਾ ਜਿਹੜਾ ਹੈਗਾ ਉਹਨੂੰ ਅਸੀਂ 40 ਥਾਂ ਤੇ ਲਾ ਦਿੰਦੇ ਆ ਜਦੋਂ ਫਸਲ ਜਿਹੜੀ ਸਿਰਫ 10 ਦਿਨ ਦੀ ਹੁੰਦੀ ਹੈ। ਜਿਹੜਾ 40 ਥਾਂ ਤੇ ਤੁਸੀਂ ਪਰ ਹੈਕਟੇਅਰ ਦੱਸ ਰਹੇ ਹੋ ਪਰ ਏਕੜ ਦੀ ਗੱਲ ਕਰ ਰਹੇ ਹੋ ਨਾ, ਮਤਲਬ ਕਿੱਲੇ 'ਚ 2.5 ਕਿੱਲੇ ਨਹੀਂ ਜੀ, ਠੀਕ ਆ। 1 ਕਿੱਲੇ ਦੇ ਵਿੱਚ ਅਸੀਂ 40 ਥਾਂ ਤੇ ਲਾਉਣਾ ਉਹਨੂੰ ਕੱਟ ਕੇ। ਇਸੇ ਤਰ੍ਹਾਂ ਕਿਉਂਕਿ ਉਹਦੇ 'ਚ 1000 ਕਾਂਡਾ ਆ ਜਾਂਦਾ, 40000 ਆਂਡੇ ਜਿਹੜੇ ਹੁੰਦੇ ਉਹ ਇੱਕ ਪਾਰਟ ਦੇ ਉੱਤੇ ਆਏ ਹੁੰਦੇ ਆ, ਤੇ ਉਸ ਹਿਸਾਬ ਦੇ ਨਾਲ ਅਸੀਂ ਉਹਦੀ ਬਣਤਰ ਕੀਤੀ ਹੈ। ਇਸੇ ਤਰ੍ਹਾਂ ਜਿਹੜਾ ਮੱਕੀ ਦੇ ਵਿੱਚ ਜਿਹਦਾ ਗੰਡੂਆ ਜਿਹੜਾ ਹੁੰਦਾ ਤਣੇ ਦਾ, ਉਹਨੂੰ ਵੀ ਟ੍ਰਾਈਕੋਗ੍ਰਾਮਾ ਜਿਹੜਾ ਹੈਗਾ ਉਹ ਬਿਹਤਰੀ ਦੇ ਨਾਲ ਜਿਹੜਾ ਹੈਗਾ ਉਹ ਰੋਕ ਦਿੰਦਾ ਹੈਗਾ। ਠੀਕ ਹੈ। ਤੇ ਜੇ ਅਸੀਂ ਕਿਤੇ ਗੋਭੀ ਦੀ ਗੱਲ ਕਰੀਏ ਤਾਂ ਉਹਦੇ 'ਚ ਜਿਵੇਂ BT ਦੇ ਆਧਾਰਿਤ ਜਿਹੜੇ ਹੈਗੇ ਡਾਈਪਲ ਪ੍ਰੋਡਕਟ ਆਉਂਦਾ ਇੱਕ ਜੀ, ਠੀਕ ਹੈ ਜੀ, ਤੇ ਇੱਕ ਹਾਲਟ ਆਉਂਦਾ, ਉਹ ਅਸੀਂ ਜਿਹੜਾ ਹੈਗਾ 300 ਮਿਲੀਲੀਟਰ ਤੇ 300 ਗ੍ਰਾਮ, ਠੀਕ ਹੈ ਜੀ, ਲੋਡ ਦੇ ਅਨੁਸਾਰ ਜਿਹੜਾ ਹੈਗਾ ਉਹਦੀ ਸਪਰੇਅ ਜਿਹੜੀ ਉਹ ਕਰ ਸਕਦੇ ਹਾਂ। ਸੋ ਇਹ ਸੀਗੇ ਜਿਹੜੇ ਆਪਾਂ ਨੂੰ ਪ੍ਰੋਡਕਟ ਮਿਲਦੇ ਆ। ਪਰ ਇੱਥੇ ਇਹ ਹੈ ਵੀ ਆਪਾਂ ਨੂੰ ਪੁਰਾਤਨ ਸਮੇਂ 'ਚ ਵੀ ਪਤਾ ਵੀ ਆਪਾਂ ਨਿੰਮ ਨੂੰ ਸਾਰੇ ਜਾਣੂ ਆ। ਹਾਂ ਬਿਲਕੁਲ, ਨਿੰਮ ਦੇ ਬਹੁਤ ਫਾਇਦੇ ਆ। ਹੁਣ ਨਿੰਮ ਦਾ ਘੋਲ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ ਉਹ ਅਸੀਂ ਸਿਫਾਰਿਸ਼ ਕੀਤਾ ਹੋਇਆ ਯੂਨੀਵਰਸਿਟੀ ਨੇ ਵੀ ਜੇ ਅਸੀਂ ਕੋਈ ਖੇਤੀ ਕਰਦੇ ਹਾਂ ਜੀ ਤਾਂ ਉੱਥੇ ਕੀ ਹੈ ਬਈ ਜੇ ਆਪਾਂ ਨੂੰ ਕਣਕ ਦੇ ਵਿੱਚ ਜਿਹੜਾ ਹੈਗਾ ਜਿਹਦਾ ਚੇਪਾ ਆਉਂਦਾ, ਠੀਕ ਆ, ਲੋਕ ਉਹਨੂੰ ਆਪਣੀ ਭਾਸ਼ਾ 'ਚ ਕਾਲਾ ਤੇਲਾ ਵੀ ਕਹਿ ਦਿੰਦੇ ਆ, ਠੀਕ ਹੈ ਜੀ। ਤਾਂ ਉੱਥੇ ਅਸੀਂ ਜਿਹੜਾ ਹੈਗਾ ਜੇ 2 ਲੀਟਰ ਜਿਹੜਾ ਘਰ ਦਾ ਬਣਾਇਆ ਹੋਇਆ ਨਿੰਮ ਦਾ ਜਿਹੜਾ ਘੋਲ ਆ, ਜੇ ਉਹ ਅਸੀਂ ਵਰਤ ਲਈਏ ਤਾਂ ਉੱਥੇ ਜਿਹੜਾ ਹੈਗਾ ਉਹ ਅਸੀਂ ਉਹਦਾ ਕੰਟਰੋਲ ਕਰ ਸਕਦੇ ਹਾਂ। ਠੀਕ ਹੈ। ਕਰਨਾ ਕਿੱਦਾਂ, ਜਿਹੜਾ ਨਿੰਮ ਦਾ ਘੋਲ ਆ ਬਣਾਉਣਾ ਕਿੱਦਾਂ, ਉਹਦੇ ਵਿੱਚ ਬੜਾ ਸੌਖਾ ਤਰੀਕਾ ਵੀ ਤੁਸੀਂ 4 ਕਿਲੋ ਜਿਹੜੀ ਹੈਗੀ ਆ ਜੀ, ਕੋਈ ਵੀ ਉਹਦੀ ਚਾਹੇ ਨਿੰਮ ਦੀਆਂ ਨਮੋਲੀਆਂ ਲੈ ਲਓ, ਨਿੰਮ ਦੇ ਪੱਤੇ ਵੀ ਲੈ ਲਓ, ਚਾਹੇ ਉਹਦੀਆਂ ਛੋਟੀਆਂ ਟਾਹਣੀਆਂ ਵੀ ਲੈ ਲਓ, ਠੀਕ ਹੈ ਜੀ। 10 ਲੀਟਰ ਪਾਣੀ ਦੇ ਵਿੱਚ ਪਾ ਲੈਣੀ ਆ, ਠੀਕ ਹੈ, ਤੇ ਉਹਨੂੰ ਅੱਧਾ ਘੰਟਾ ਜਿਹੜਾ ਹੈਗਾ ਉਹ ਉਬਾਲਣਾ। ਅੱਛਾ, ਠੀਕ ਹੈ ਜੀ। ਅੱਧਾ ਘੰਟਾ ਉਬਾਲ ਕੇ ਉਹ ਤੋਂ ਜਿਹੜਾ ਉਹਦਾ ਤਿਆਰ ਹੁੰਦਾ ਘੋਲ ਉਹਨੂੰ ਆਪਾਂ ਕੱਪੜ ਛਾਣ ਕਰ ਲੈਣਾ। ਬਿਲਕੁਲ, ਕੱਪੜ ਛਾਣ ਕਰਕੇ ਫਿਰ ਉਹਦੀ ਮਾਤਰਾ ਜਿਹੜੀ ਹੈਗੀ ਆ ਉਹ ਅਸੀਂ ਜਿਹੜੀ ਹੈਗੀ ਆ ਉਹ ਵਰਤ ਸਕਦੇ ਆ ਕਣਕ ਦੇ ਵਿੱਚ ਜੀ, ਠੀਕ ਹੈ ਜੀ। ਤੋ ਇਸ ਤਰ੍ਹਾਂ ਨਿੰਮ ਦਾ ਘੋਲ ਜਿਹੜਾ ਉਹ ਤਿਆਰ ਕਰਕੇ ਅਸੀਂ ਘਰ ਵੀ ਜਿਹੜੀ ਇਹ ਦਵਾਈ ਤਿਆਰ ਕਰ ਸਕਦੇ ਆ। ਤਾਂ ਜੇ ਮੈਂ ਗੱਲ ਕਰਾਂ ਵੀ ਹੋਰ ਕੀ ਕਰ ਸਕਦੇ ਆ ਤਾਂ ਬਹੁਤ ਸਾਰੀਆਂ ਜਿਹੜੀਆਂ ਖੋਜਾਂ ਚੱਲ ਰਹੀਆਂ, ਜਿਵੇਂ ਕਿ ਹੁਣ ਕਈ ਜਿਹੜੇ ਲੋਕ ਹੈਗੇ ਆ ਜਿਹੜੇ ਜੈਵਿਕ ਖੇਤੀ ਨਾਲ ਜੁੜੇ ਹੋਏ ਆ, ਉਹ ਕੀ ਕਰਦੇ ਆ ਮਟਕੇ ਵਾਲੀ ਖਾਦ ਬਣਾਉਂਦੇ ਆ ਜਾਂ ਜੀਵ ਅੰਮ੍ਰਿਤ ਵੀ ਬਣਾਉਂਦੇ ਆ, ਫਿਰ ਇਸ ਤੋਂ ਇਲਾਵਾ ਨਿੰਮ ਅਸਤਰ ਬਣਾਉਂਦੇ ਆ, ਫਿਰ ਬੀਜ ਸੋਧਕ ਬਣਾਉਂਦੇ ਆ, ਪੰਚਗਵਿਆ ਕਹਿੰਦੇ ਆ ਜਿਹਨੂੰ, ਯਾਨੀ ਕਿ ਪੰਚਗਵਿਆ ਤੋਂ ਭਾਵ ਵੀ ਜਿਹੜੇ 5 ਜਿਹੜੀਆਂ ਚੀਜ਼ਾਂ ਜਿਹੜੀਆਂ ਸਿਰਫ ਪਸ਼ੂਆਂ ਤੋਂ ਹੀ ਆਉਂਦੀਆਂ, ਜਿਵੇਂ ਗੋਹਾ, ਉਹਨਾਂ ਦਾ ਪਿਸ਼ਾਬ, ਘਿਓ, ਦੁੱਧ ਤੇ ਦਹੀਂ, ਉਹਨੂੰ ਮਿਕਸ ਕਰਕੇ ਵੀ ਬਣਾਉਂਦੇ ਆ। ਸੋ ਇਸੇ ਤਰ੍ਹਾਂ ਹੀ ਅਗਨੀ ਅਸਤਰ, ਇਸੇ ਤਰ੍ਹਾਂ ਹੀ ਬ੍ਰਹਮ ਅਸਤਰ, ਕਈ ਯਾਨੀ ਕਿ ਤਰ੍ਹਾਂ ਦੀਆਂ ਫਾਰਮੂਲੇਸ਼ਨਾਂ ਜਿਹੜੀਆਂ ਹੈਗੀਆਂ ਉਹ ਲੋਕ ਬਣਾਉਂਦੇ ਆ। ਤਾਂ ਉਹਦੇ ਵਿੱਚ ਇਹ ਹੈ ਵੀ ਉਹ ਰਿਸਰਚ ਦੇ ਤਹਿਤ ਚੱਲ ਰਹੀਆਂ ਨੇ, ਤੇ ਅੱਗੇ ਯਾਨੀ ਕਿ ਅਸੀਂ ਜਿਹੜੀ ਹੈਗੀ ਉਹ ਜੇ ਕਿਸੇ ਨੇ ਬਣਾਉਣ ਦੀ ਵਿਧੀ ਸਿੱਖਣੀ ਆ ਤਾਂ ਜਿਹੜਾ ਲਿਟਰੇਚਰ ਆ PAU ਦਾ ਇੱਕ ਕਿਤਾਬ ਜਿਹੜਾ ਉਹ ਛਪਿਆ ਹੋਇਆ। ਅੱਛਾ ਜੀ, ਠੀਕ ਹੈ ਜੀ, ਜੈਵਿਕ ਖੇਤੀ ਦੇ ਨਾਂ ਤੇ। ਉਹਦੇ ਵਿੱਚ ਕਿੰਨੀ ਮਾਤਰਾ ਜਿਹੜੀ ਪਾਉਣੀ ਆ, ਕਿਉਂਕਿ ਮੈਂ ਇੰਨੀਆਂ ਚੀਜ਼ਾਂ ਗਿਣਾਤੀਆਂ, ਹਰ ਇੱਕ ਦੀ ਮਾਤਰਾ ਦੱਸਣੀ ਇੱਥੇ ਸੰਭਵ ਨਹੀਂ, ਔਖਾ ਆ। ਉਹ ਤੇ ਛਾਪ ਕੇ ਇੱਕ ਕਿਤਾਬ ਬਣਾਤੀ ਆ, ਉਹ ਤੋਂ ਪੜ੍ਹ ਕੇ ਅਸੀਂ ਜਿਹੜਾ ਹੈਗਾ ਉਹ ਦੇਖ ਸਕਦੇ ਹਾਂ। ਠੀਕ ਆ ਡਾਕਟਰ ਸਾਹਿਬ, ਤੁਸੀਂ ਆ ਜਿਹੜੀ ਜਾਣਕਾਰੀ ਦਿੱਤੀ ਆ, ਦੇਖੋ ਗੱਲ ਫੇਰ ਉਹੀ ਹੈ ਵੀ ਭਾਈ ਅਸੀਂ ਜਿਹੜੇ ਉਹ ਕਹਿੰਦੇ ਹੁੰਦੇ ਆ ਜਿਹੜੇ ਡਾਕਟਰ ਦਵਾਈਆਂ ਵਾਲੇ, ਅਸੀਂ ਉਹਨਾਂ ਦੀਆਂ ਜੇਬਾਂ ਭਰਨੀਆਂ ਕਿ ਅਸੀਂ ਆਪਣੀ ਸਿਹਤ ਚੰਗੀ ਰੱਖਣੀ ਆ, ਹਨਾ। ਇਸ ਕਰਕੇ ਸਾਨੂੰ ਹੁਣ ਉਹ ਸਮਾਂ ਆ ਗਿਆ ਆ ਜਦੋਂ ਵਾਪਸ ਸਾਨੂੰ ਇੱਧਰ ਨੂੰ ਮੁੜ ਪੈਣਾ ਚਾਹੀਦਾ ਆ। ਤੇ ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਆ। ਸੋ ਕਿਸਾਨ ਵੀਰੋ ਤੇ ਭੈਣੋ, ਇਹ ਤਾਂ ਆਪਾਂ ਸਾਰੇ ਜਾਣਦੇ ਹੀ ਆ ਵੀ ਭਾਈ ਕਰੋਨਾ ਦਾ ਟਾਈਮ ਚੱਲ ਰਿਹਾ, ਉੱਤੋਂ ਵੋਟਾਂ ਆ ਗਈਆਂ ਹੈ। ਸੋ ਇਸ ਕਰਕੇ ਆਪਾਂ ਵੋਟ ਵੀ ਪਾਉਣੀ ਹੈ ਤੇ ਕਰੋਨਾ ਦਾ ਵੀ ਖਿਆਲ ਰੱਖਣਾ। ਤੇ ਜਿਸ ਦਿਨ ਵੋਟ ਪਾਉਣ ਜਾਣੀ ਹੈ ਉਸ ਦਿਨ ਅਸੀਂ ਇਹ ਖਿਆਲ ਰੱਖਣਾ ਹੈ ਵੀ ਭਾਈ ਅਸੀਂ ਉੱਥੇ ਲਾਈਨ 'ਚ ਵੀ ਖੜੇ ਹੋਣਾ ਤੇ ਸੋਸ਼ਲ ਡਿਸਟੈਂਸ ਨਾਲ ਖੜੇ ਹੋਣਾ। ਬਾਕੀ ਬਾਰ-ਬਾਰ ਅਸੀਂ ਹੱਥ ਧੋਈ ਜਾਣੇ ਆ, ਮੂੰਹ ਤੇ ਮਾਸਕ ਪਾਈ ਜਾਣਾ, ਤੇ ਬਾਕੀ ਗੱਲ ਇਹ ਆ ਵੀ ਵੋਟ ਪਾਉਣੀ ਬਿਲਕੁਲ ਨਹੀਂ ਭੁੱਲਣੀ। ਡਾਕਟਰ ਸਾਹਿਬ ਨੇ ਵੀ ਕਿਹਾ, ਮੈਂ ਫੇਰ ਗੱਲ ਕਰਦਾ। ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ। ਜੈ ਹਿੰਦ।